ਮਸਲਾ ਭਗਦਾ ਚੁੱਕਿ ਮਸਲਾ ਗਰੀਬਾਂ ਦੇ ਰਾਸ਼ਨ ਦੇ ਨਾਲ ਜੁੜਿਆ। ਦਰਅਸਲ ਪੰਜਾਬ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਕਈ ਕੈਬਨਿਟ ਮੰਤਰੀਆਂ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਸ ਸਕੀਮ ਦੀ ਸ਼ੁਰੂਆਤ ਕੀਤੀ। ਪਰ ਜਦੋਂ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਤਾਂ ਉਦੋਂ ਵਿਰੋਧੀਆਂ ਨੇ ਇੱਕ ਵਾਰ ਫਿਰ ਤੋਂ ਸਰਕਾਰ ਤੇ ਨਿਸ਼ਾਨੇ ਸਾਧੇ। ਕਈ ਸਵਾਲ ਖੜੇ ਕੀਤੇ। ਰਾਸ਼ਨ ਦੇ ਕਪੜੇ ਨੂੰ ਲੈ ਕੇ ਸਵਾਲ ਖੜੇ ਕੀਤੇ, ਰਾਸ਼ਨ ਦੀ ਵੰਡ ਨੂੰ ਲੈ ਕੇ ਪੱਖਪਾਤ ਨੂੰ ਸਵਾਲ ਖੜੇ ਕੀਤੇ ਔਰ ਹੋਰ ਵੀ ਕਈ ਸਵਾਲ। ਪਰ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਉਹ ਹੈ ਕਿ ਰਾਸ਼ਨ ਕਾਰਡ ਸਮਾਰਟ ਹੋ ਗਏ ਪਰ ਸਿਸਟਮ ਕਦੋਂ ਸਮਾਰਟ ਹੋਏਗਾ? ਜਦੋਂ ਤੱਕ ਲੋਕਾਂ ਦੇ ਵਿੱਚ ਵੰਡ ਦੀ ਪ੍ਰਣਾਲੀ ਦਰੁਸਤ ਨਹੀਂ ਹੋਏਗੀ। ਦੇਖੋ, ਇੱਕ ਬੜਾ ਕੋਈ ਅੱਜ ਦਾ ਨਹੀਂ, ਪਿਛਲੇ 4 ਸਾਲ ਦਾ ਨਹੀਂ, ਪਿਛਲੇ 10 ਸਾਲ ਦਾ ਨਹੀਂ, ਇੱਕ ਬੜਾ ਪੁਰਾਣਾ ਸਿਸਟਮ ਹੈ ਜਿਹਨੂੰ ਕਿਵੇਂ ਦਰੁਸਤ ਕੀਤਾ ਜਾਏਗਾ ਔਰ ਜ਼ਰੂਰੀ ਹੈ ਕਿ ਉਸ ਤੇ ਵੀ ਧਿਆਨ ਦਿੱਤਾ ਜਾਏ। ਕੁਝ ਸਵਾਲ ਨਹੀਂ, ਇੱਕ ਵਾਰੀ ਉਹਨਾਂ ਸਵਾਲਾਂ ਤੇ ਨਜ਼ਰ ਪਾ ਲੈਂਦੇ ਹਾਂ ਔਰ ਸਵਾਲਾਂ ਤੇ ਨਜ਼ਰ ਪਾਉਣ ਦੇ ਨਾਲ ਨਾਲ ਚਰਚਾ ਫਿਰ ਜਦੋਂ ਕਰਾਂਗੇ। ਸਮਾਰਟ ਕਾਰਡ ਰਾਹੀਂ ਰਾਸ਼ਨ ਮਿਲੇਗਾ ਕਿਵੇਂ? ਜਿਹੜੇ ਸਮਾਰਟ ਰਾਸ਼ਨ ਕਾਰਡ ਨੇ ਉਹ ਕਿਵੇਂ ਕੰਮ ਕਰਨਗੇ? ਕਿ ਹੁਣ ਰਾਸ਼ਨ ਦੇ ਵਿੱਚ ਕੋਈ ਕਪਲਾ ਨਹੀਂ ਹੋਏਗਾ, ਯਾਨੀ ਕਿ ਰਾਸ਼ਨ ਕਾਰਡ ਸਮਾਰਟ ਹੋ ਗਏ ਨੇ ਤੇ ਕੀ ਕੋਈ ਕਪਲਾ ਹੋਏਗਾ ਜਾਂ ਨਹੀਂ ਹੋਏਗਾ? ਘੁਟਾਲਾ ਜੋ ਜਿਵੇਂ ਪਿਛਲੇ ਦਿਨ ਵੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਹੁਣ ਰਾਸ਼ਨ ਦੀ ਵੰਡ 'ਚ ਕੋਈ ਪੱਖਪਾਤ ਨਹੀਂ ਹੋਏਗਾ। ਇਹ ਵੀ ਇੱਕ ਸਭ ਤੋਂ ਵੱਡਾ ਸਵਾਲ ਹੈ ਕਿ ਰਾਸ਼ਨ ਦੀ ਵੰਡ ਠੀਕ ਤਰੀਕੇ ਨਾਲ ਹੋ ਸਕੇਗੀ। ਕਾਰਡ ਤਾਂ ਸਮਾਰਟ ਹੋ ਗਏ ਨੇ ਪਰ ਸਿਸਟਮ ਕਦੋਂ ਸਮਾਰਟ ਹੋਏਗਾ? 4 ਖਾਸ ਮਹਿਮਾਨ ਜੁੜ ਚੁੱਕੇ ਨੇ। ਕਾਂਗਰਸ ਪਾਰਟੀ ਤੋਂ ਕੁਲਦੀਪ ਐਸ ਸਾਹਿਬ ਐਮਐਲਏ ਨੇ ਸਾਡੇ ਨਾਲ ਜੁੜੇ ਹੋਏ ਨੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਜੈ ਕਿਸ਼ਨ ਸਿੰਘ ਰੋੜੀ ਸਾਹਿਬ ਜੁੜੇ ਨੇ, ਐਮਐਲਏ ਨੇ, ਉਹ ਵੀ ਸਾਡੇ ਨਾਲ ਜੁੜੇ ਨੇ ਕਿਉਂਕਿ ਲੋਕਾਂ ਦੇ ਵਿੱਚ ਵਿਚਰਦੇ ਨੇ ਔਰ ਇਸ ਕਰਕੇ ਇਹ ਚਰਚਾ ਜ਼ਰੂਰੀ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਤੋਂ ਅਰਸ਼ਦੀਪ ਕਲੇੜ ਜੀ ਸਾਡੇ ਨਾਲ ਜੁੜੇ ਹੋਏ ਨੇ। ਲਗਾਤਾਰ ਪਿਛਲੇ ਦਿਨੀ ਜੋ ਰਾਸ਼ਨ ਕਾਰਡ ਵਾਲਾ ਮਸਲਾ ਹੋਇਆ ਉਸ ਨੂੰ ਲੈ ਕੇ ਲੀਗਲ ਐਸਪੈਕਟ ਵੀ ਤਮਾਮ ਵੇਖਦੇ ਰਹੇ ਨੇ, ਸੋ ਉਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਅਨਿਲ ਸਰੀਨ ਸਾਹਿਬ ਭਾਰਤੀ ਜਨਤਾ ਪਾਰਟੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਸੋ ਚਾਰੇ ਖਾਸ ਮਹਿਮਾਨ ਜਿਹੜੇ ਨੇ ਉਹਨਾਂ ਦਾ ਜੀ ਆਇਆਂ ਕਹਿਣਾ। ਵੈਦ ਸਾਹਿਬ, ਵਿਰੋਧੀ ਸਵਾਲ ਚੱਕ ਰਹੇ ਨੇ ਕਿ ਕਾਰਡ ਤੇ ਰਾਸ਼ਨ ਕਰਤਾ ਪਰ ਸਿਸਟਮ ਜਿਹੜਾ ਉਹ ਸਮਾਰਟ ਕਦੋਂ ਕਰੋਗੇ? ਯਾਨੀ ਕਿ ਰਾਸ਼ਨ ਕਾਰਡ ਸਮਾਰਟ ਨਾਲ ਕੁਝ ਨਹੀਂ ਹੋਣਾ, ਜੋ ਸਿਸਟਮ ਹੈ, ਜੋ ਵੰਡ ਪ੍ਰਣਾਲੀ ਹੈ, ਉਹਨੂੰ ਵੀ ਕਿਤੇ ਨਾ ਕਿਤੇ ਹੋਰ ਦਰੁਸਤ ਕਰਨ ਦੀ ਲੋੜ ਹੈ। ਔਰ ਦਰੁਸਤ ਦੇ ਵਿੱਚ ਉਹ ਕਹਿੰਦੇ ਨੇ ਕਿ ਜੀ ਕਪਲਾ ਨਾ ਹੋਏ, ਪੱਖਪਾਤ ਨਾ ਹੋਏ, ਸਰਕਾਰ ਨੂੰ ਉਸ ਵੱਲ ਵੀ ਧਿਆਨ ਦੇਣਾ ਚਾਹੀਦਾ। ਨਵਨੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਜਿਹੜਾ ਇਹ ਸਮਾਰਟ ਕਾਰਡ ਬਣਾਇਆ ਗਿਆ ਇਹਦੇ ਨਾਲ ਸਾਡੀਆਂ ਜਿਹੜੇ ਸਾਡੇ ਆਮ ਲੋਕ ਨੇ ਜਿਹੜੇ ਰਾਸ਼ਨ ਲੈਂਦੇ ਨੇ ਉਹਨਾਂ ਦੀਆਂ ਸਮੱਸਿਆਵਾਂ ਘਟਣਗੀਆਂ। ਇਹ ਜਿਹੜੀ ਰਾਸ਼ਨ ਪ੍ਰਣਾਲੀ ਹੈ ਜਿਹਨੂੰ ਕਿ ਆਪਾਂ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਇਹ ਸਟਾਰਟ ਕੀਤਾ ਸੀ, ਨੈਸ਼ਨਲ ਫੂਡ ਸਿਕਿਉਰਿਟੀ ਐਕਟ ਜਿਹੜਾ ਇਹਨਾਂ ਨੇ ਬਣਾਇਆ ਸੀ, ਜਿਹੜਾ ਲੋਕਾਂ ਨੂੰ ਅਸੀਂ ਰਾਸ਼ਨ ਦੇ ਰਹੇ ਹਾਂ, ਇਹ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਤੋਂ ਪਹਿਲਾਂ ਵੀ ਵੰਡਿਆ ਜਾਂਦਾ ਸੀ। ਠੀਕ, ਮੈਂ ਜੇ ਮੈਨੂੰ ਯਾਦ ਹੈ ਕਿ ਇਹ ਜਿਹੜਾ ਰਾਸ਼ਨ ਵਾਲਾ ਸਿਸਟਮ ਹੈ ਇਹ ਸ਼ਾਇਦ ਪਾਰਟੀਸ਼ਨ ਤੋਂ ਬਾਅਦ ਹੀ ਸਟਾਰਟ ਹੋ ਗਿਆ ਸੀ। ਕੋਈ ਟਾਈਮ ਸੀ ਮੇਰੇ ਪਿਤਾ ਜੀ ਕੋਲੇ ਵੀ ਰਾਸ਼ਨ ਡਿਪੂ ਸੀ। ਜਿੱਥੋਂ ਤੱਕ ਸਮਾਰਟ ਕਾਰਡ ਦਾ ਸੰਬੰਧ ਹੈ, ਦੇਖੋ ਇਹ ਡਿਜੀਟਲਾਈਜੇਸ਼ਨ ਦਾ ਯੁੱਗ ਹੈ। ਅੱਜ ਆਪਾਂ ਜਿਹੜੇ ਸਮੇਂ 'ਚ ਲੰਘ ਰਹੇ ਹਾਂ ਉਹਦੇ ਵਿੱਚ ਚੀਜ਼ਾਂ ਇੰਪਰੂਵ ਹੋਣੀਆਂ ਚਾਹੀਦੀਆਂ ਨੇ ਐਂਡ ਇੰਪਰੂਵ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ, ਸ਼ਕਤੀ ਹੋਣੀ ਚਾਹੀਦੀ ਹੈ। ਤਕਰੀਬਨ 37 ਲੱਖ ਸਾਡੀਆਂ ਜਿਹੜੀਆਂ ਫੈਮਲੀਜ਼ ਨੇ ਉਹਨਾਂ ਨੂੰ ਇਹਦੀ ਫੈਸਿਲਿਟੀ ਹੋਏਗੀ। ਜਿਹੜਾ ਅੱਗੇ ਗੱਤੇ ਵਾਲਾ ਕਾਗਜ਼ ਵਾਲਾ ਕਾਰਡ ਹੁੰਦਾ ਸੀ ਉਹ ਕਿਤੇ ਫਟ ਜਾਂਦਾ ਸੀ, ਕੁਝ ਹੋ ਜਾਂਦਾ ਸੀ, ਬੜੀਆਂ ਸਮੱਸਿਆਵਾਂ ਸੀ, ਕਈ ਥਾਵਾਂ ਦੇ ਉੱਤੇ ਐਂਟਰੀ ਨਹੀਂ ਸੀ ਹੁੰਦੀ। ਇਹ ਆਮ ਗੱਲਾਂ ਹੁੰਦੀਆਂ ਰਹੀਆਂ ਨੇ, ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਬੀਜੇਪੀ ਦੇ ਨੁਮਾਇੰਦੇ ਵੀ ਬੈਠੇ ਨੇ, ਚਾਹੇ ਇਹਨਾਂ ਦੀ ਸਰਕਾਰ ਸੀ ਜਾਂ ਸਾਡੀ ਸਰਕਾਰ ਹੈ, ਇਸ ਤੋਂ ਪਹਿਲਾਂ ਸਾਡੀ ਸਰਕਾਰ ਸੀ। ਇਹ ਆਮ ਲੋਕਾਂ ਦੇ ਵਿੱਚ ਰਿਹਾ ਜੀ ਕਿ ਡੈਪੂ ਹੋਲਡਰ ਨੇ ਆਹ ਕਰ ਲਿਆ ਜੀ, ਡੈਪੂ ਹੋਲਡਰ ਨੇ ਆਹ ਕਰ ਲਿਆ। ਉਹਦੇ ਤੇ ਨਕੇਲ ਕਸੀ ਜਾਏਗੀ ਇਸ ਚੀਜ਼ ਦੇ। ਤਕਰੀਬਨ ਤੁਹਾਡੇ ਧਿਆਨ ਵਿੱਚ ਲਿਆ ਦਿਆਂ ਕਿ ਜਿਹੜਾ ਇਹ ਸਮਾਰਟ ਰਾਸ਼ਨ ਕਾਰਡ ਹੈ ਇਹਨੂੰ ਜਿਹੜੀਆਂ ਵੀ ਸਾਡੀਆਂ ਫੈਮਲੀਜ਼ ਨੇ ਥਰੂ EPO ਜਿਹੜੀ ਮਸ਼ੀਨ ਹੈ ਉਹਦੇ ਵਿੱਚ ਸਵੈਪ ਕਰਕੇ ਇਹਦਾ ਸਾਰਾ ਜਿਹੜਾ ਡਾਟਾ ਉਹਦੇ ਵਿੱਚ ਹੈ, ਥੰਬ ਇੰਪ੍ਰੈਸ਼ਨ ਨਾਲ ਪਤਾ ਲੱਗ ਜਾਏਗਾ। ਕੋਈ ਕਿਸੇ ਦਾ ਰਾਸ਼ਨ ਨਹੀਂ ਲੈ ਸਕੇਗਾ। ਇਹ ਕਾਰਡ ਦੀਆਂ ਬੜੀਆਂ ਫੈਸਿਲਿਟੀਜ਼ ਨੇ। ਜਿੱਥੋਂ ਤੱਕ ਸੰਬੰਧ ਹੈ ਸਾਡੀਆਂ ਆਪੋਜੀਸ਼ਨ ਪਾਰਟੀਆਂ ਦਾ, ਦੇਖੋ ਜਿਹੜੀਆਂ ਗੱਲਾਂ ਬੀਜੇਪੀ ਸਰਕਾਰ ਦੀਆਂ ਚੰਗੀਆਂ ਨੇ ਉਹ ਅਸੀਂ ਚੰਗੀਆਂ ਕਹਿੰਦੇ ਆ, ਜਿਹੜੀਆਂ ਮੰਦੀਆਂ ਨੇ ਉਹਨਾਂ ਨੂੰ ਮੰਦੀਆਂ ਕਹਿੰਦੇ ਆ। ਲੇਕਿਨ ਸਾਡੀ ਜਿਹੜੀ ਪੰਜਾਬ ਦੀ ਸਿਆਸਤ ਹੈ, ਜਿਹੜੀ ਸਾਡੀ ਆਪੋਜੀਸ਼ਨ ਪਾਰਟੀਆਂ ਨੇ, ਇਹਨਾਂ ਨੇ ਕਦੇ ਨਹੀਂ ਇਸ ਗੱਲ ਨੂੰ ਕਿਹਾ ਕਿ ਜੀ ਕੋਈ ਗੱਲ ਐਪਰੀਸੀਏਸ਼ਨ ਵਾਲੀ ਹੈ। ਅਸੀਂ ਮੋਬਾਈਲ ਫੋਨ ਦੇ ਉੱਤੇ ਲੇਟ ਜ਼ਰੂਰ ਹੋਏ, ਪੰਜਾਬੀਆਂ ਨੂੰ ਬੇਨਤੀ ਕੀਤੀ ਸੀ, ਲੇਟ ਜ਼ਰੂਰ ਹੋਏ, ਮੋਬਾਈਲ ਫੋਨ ਦੇ ਰਹੇ ਆ। ਕਰਜ਼ਾ 90,000 ਕਰੋੜ, ਮੈਂ ਪਹਿਲਾਂ ਗਰੇਵਾਲ ਸਾਹਿਬ ਦੀ ਸਟੇਟਮੈਂਟ ਸੁਣ ਰਿਹਾ ਸੀ, 90,000 ਕਰੋੜ ਕਰਜ਼ਾ ਮਾਫ ਕੀਤਾ ਜਾ ਸਕਦਾ ਸੀ ਜੇ 2 ਲੱਖ ਕਰੋੜ ਕਰਜ਼ਾ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੇ ਸਿਰ ਤੇ ਨਾ ਚੜਾ ਕੇ ਜਾਂਦਾ। ਬੀਜੇਪੀ ਦੀ ਭਾਈਵਾਲ ਪਾਰਟੀ ਹੈ, 2 ਲੱਖ ਕਰੋੜ ਰੁਪਈਆ ਜਿਹੜਾ ਇਹ ਕਰਜ਼ਾ ਚੜਾ ਕੇ ਚਲੇ ਗਏ, 90,000 ਕਰੋੜ ਨਹੀਂ ਸੀ ਕੀਤਾ ਜਾਂਦਾ। ਲੇਕਿਨ
ਐਪਰੀਸ਼ੀਏਟ ਕਰਨਾ ਚਾਹੀਦਾ ਕੈਪਟਨ ਅਮਰਿੰਦਰ ਸਿੰਘ ਨੂੰ, ਕਾਂਗਰਸ ਸਰਕਾਰ ਨੂੰ, ਕਿ ਆਉਂਦਿਆਂ ਸਾਰ ਹਿੰਦੁਸਤਾਨ 'ਚ ਸਭ ਤੋਂ ਪਹਿਲਾਂ ਕਰਜ਼ਾ ਮਾਫੀ ਦੀ ਜਿਹੜੀ ਜ਼ਿਮੀਂਦਾਰਾਂ ਦੀ ਸੀ ਉਹ ਗੱਲ ਕੀਤੀ। ਥੋੜਾ ਹੋਇਆ, ਇਹਦੇ ਲਈ ਅਸੀਂ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਪਰ ਕਰਦੇ ਕਿਉਂ ਨਹੀਂ ਵੈਦ ਸਾਹਿਬ, ਐਪਰੀਸ਼ੀਏਟ ਕਰਦੇ ਕਿਉਂ ਨਹੀਂ? ਇਹ ਦੇਖੋ, ਇਹ ਤਾਂ ਹੁਣ ਇੱਕ ਕਲਚਰ ਬਣ ਗਿਆ ਨਾ ਜੀ, ਕਿ ਜਿਹੜੀ ਆਪੋਜੀਸ਼ਨ ਪਾਰਟੀਆਂ ਉਹਨੇ ਜਿਹੜੀ ਰੂਲਿੰਗ ਪਾਰਟੀਆਂ ਨੂੰ ਭੰਡਣਾ ਹੀ ਭੰਡਣਾ, ਚਾਹੇ ਉਹਦੇ 'ਚ ਕੋਈ ਦਮ ਹੋਵੇ ਚਾਹੇ ਕੋਈ ਨਾ ਹੋਵੇ। ਇੱਕ ਹੋਰ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ, ਸਮਾਰਟਫੋਨ ਦਿੱਤੇ ਨੇ। ਇੱਕ ਕੈਪਟਨ ਅਮਰਿੰਦਰ ਸਿੰਘ ਨੇ, ਸਾਡੀ ਸਰਕਾਰ ਨੇ ਹੋਰ ਬਹੁਤ ਵਧੀਆ ਕਦਮ ਚੁੱਕਿਆ ਰੀਸੈਂਟਲੀ ਕਰੋਨਾ ਦੇ ਵਿੱਚ। ਅੱਗੇ ਜਦੋਂ ਅਸੀਂ ਫੋਰਨ ਕੰਟਰੀ ਜਾਂਦੇ ਸੀ ਤੇ ਉੱਥੋਂ ਦੇ ਸਾਡੇ ਆਮ ਲੋਕਾਂ ਨੇ ਕਹਿਣਾ ਕਿ ਦੇਖੋ ਜੀ, ਸਾਡੇ ਤਾਂ ਇੱਥੇ ਐਜੂਕੇਸ਼ਨ ਬਿਲਕੁਲ ਫ੍ਰੀ ਹੈ, ਸਾਨੂੰ ਵੀ ਥੋੜਾ ਜਿਹਾ ਝੋਰਾ ਲੱਗਣਾ ਯਾਰ, ਸਾਡੇ ਕਦੋਂ ਫ੍ਰੀ ਹੋਏਗੀ? ਲੜਕੀਆਂ ਦੀ ਪਹਿਲੀ ਕਲਾਸ ਤੋਂ ਲੈ ਕੇ +2 ਤੱਕ ਪਹਿਲਾਂ ਫੀਸ ਮਾਫ ਹੈ। ਕੈਪਟਨ ਅਮਰਿੰਦਰ ਸਿੰਘ ਨੇ ਹੁਣ ਸਾਰੇ ਬੱਚਿਆਂ ਦੀ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਫੀਸ ਮਾਫ ਕਰ ਦਿੱਤੀ ਹੈ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੰਦਾ, ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਾ। ਇਹ ਸਮਾਰਟ ਕਾਰਡ ਦੇ ਨਾਲ ਰਾਸ਼ਨ ਵੰਡ ਪ੍ਰਣਾਲੀ ਹੈ ਜਿਹੜੀ ਉਹ ਬਹੁਤ ਵਧੀਆ ਚੱਲੇਗੀ। ਨਵਨੀਤ ਜੀ, ਤੁਸੀਂ ਜਿਹੜੀ ਗੱਲ ਕੀਤੀ ਘਪਲਿਆਂ ਦੀ, ਮੈਂ ਫਿਰ ਤੁਹਾਡੇ ਚੈਨਲ ਤੇ ਬੈਠ ਕੇ ਵੀ ਚੈਲੰਜ ਕੀਤਾ ਸੀ ਕਿ ਸਾਡੇ ਧਿਆਨ ਵਿੱਚ ਲੈ ਕੇ ਆਓ, ਜੇ ਕਿਤੇ ਵੀ, ਚਾਹੇ ਉਹ ਸੈਂਟਰ ਸਰਕਾਰ ਦਾ ਰਾਸ਼ਨ ਆਇਆ ਚਾਹੇ ਉਹ ਪੰਜਾਬ ਸਰਕਾਰ ਦਾ ਰਾਸ਼ਨ ਆਇਆ, ਜੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਉਹਨੂੰ ਮਾਫ ਨਹੀਂ ਕਰਾਂਗੇ। ਮੈਂ ਇੱਥੇ ਲੁਧਿਆਣਾ ਦੇ ਵਿੱਚ ਰਹਿਣਾ, ਮੇਰੇ ਕੋਲੇ ਪੂਰੀ ਪੰਜਾਬ ਤੋਂ ਕਾਲ, ਪਰ ਤੁਹਾਡੀ ਆਪ ਦੇ ਅਫਸਰਾਂ ਨੇ ਤੇ ਜਾਂਚ ਇਨਕੁਆਇਰੀ ਮਾਰ ਕੀਤੀ ਹੈ ਨਾ ਵੈਦ ਸਾਹਿਬ, ਉਸ ਦਿਨ ਵੀ ਇਹ ਚਰਚਾ ਹੋਈ ਸੀ ਕਿ ਜੋ ਪੈਕੇਟ ਗਾਇਬ ਹੋਏ ਨੇ ਰਾਸ਼ਨ ਦੇ। ਮੈਂ ਦਰਅਸਲ ਸੁਣੋ, ਜਦੋਂ ਤੁਸੀਂ ਸਵਾਲ ਉਠਾਓਗੇ, ਜਦੋਂ ਤੁਸੀਂ ਕਰੋਗੇ ਤਾਂ ਅਸੀਂ ਉਹਦੇ ਵਿੱਚ ਬਿਲਕੁਲ ਇਨਕੁਆਇਰੀ ਕਰਾਵਾਂਗੇ। ਮੈਂ ਤੁਹਾਨੂੰ 2 ਐਗਜ਼ਾਮਪਲਾਂ ਦੱਸਣੀਆਂ ਚਾਹੁੰਦਾ। ਸ਼੍ਰੋਮਣੀ ਅਕਾਲੀ ਦਲ ਦਾ ਜਿੱਥੇ ਸਰਦਾਰ ਚਰਨਜੀਤ ਸਿੰਘ ਬਰਾੜ ਬੈਠੇ ਨਹੀਂ, ਇਹਨਾਂ ਨੇ ਬਾਗਾ ਪੁਰਾਣਾ ਦੀ ਗੱਲ ਕੀਤੀ ਜੀ, ਉੱਥੇ ਤਾਂ ਰਾਸ਼ਨ ਹੀ ਨਹੀਂ ਬਿਲਕੁਲ ਮਿਲਿਆ। ਫਿਰ ਇਹਨਾਂ ਨੇ ਕਿਹਾ ਜੀ ਜਗਰਾਉਂ ਦੇ ਵਿੱਚ ਵੱਡਾ ਕਪਲਾ ਹੋ ਗਿਆ। ਮੈਂ ਦਰਸ਼ਨ ਸਿੰਘ ਬਰਾੜ ਨਾਲ ਗੱਲ ਕੀਤੀ, DC ਮੋਗਾ ਨਾਲ ਗੱਲ ਕੀਤੀ, ਤੇ ਇੱਥੇ ਜਗਰਾਉਂ ਗੱਲ ਕੀਤੀ। ਇਹਨਾਂ ਨੇ ਚੇਅਰਮੈਨ ਦੀ ਐਗਜ਼ਾਮਪਲ ਦਿੱਤੀ, ਬਿਲਕੁਲ ਝੂਠ ਬੋਲਿਆ ਬਰਾੜ ਸਾਹਿਬ ਨੇ, ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਨੇ ਟੀਵੀ ਦੇ ਉੱਤੇ ਬੈਠ ਕੇ। ਮੈਂ ਦੁਬਾਰਾ ਫਿਰ ਨਵਨੀਤ ਜੀ ਤੁਹਾਨੂੰ ਦੁਹਰਾਉਣਾ ਚਾਹੁੰਦਾ, ਕਿੱਥੇ ਕੋਈ ਗਲਤ ਵੰਡ ਹੋਏਗੀ ਉਹਨੂੰ, ਚਲੋ ਮੈਂ ਉਹਦੇ ਤੇ ਵੀ ਆਨਾ। ਕਲੇਰ ਸਾਹਿਬ, ਮੈਂ ਆਨਾ, ਚूंकि ਮੈਂ ਹੋਰ ਅੱਗੇ ਵੀ ਫਿਰ ਚਰਚਾ ਨੂੰ ਲੈ ਕੇ ਚੱਲੀਏ। ਕਲੇਰ ਸਾਹਿਬ, ਸਮਾਰਟ ਰਾਸ਼ਨ ਕਾਰਡ ਤੁਸੀਂ ਬਾਰ-ਬਾਰ ਕਹਿ ਰਹੇ ਹੋ ਕਿ ਜੀ ਵੰਡ ਵੀ ਸਮਾਰਟ ਹੋ ਜਾਏ, ਉਹ ਸਾਰੀਆਂ ਚੀਜ਼ਾਂ ਨਾ ਹੋਣ ਜੋ ਪਹਿਲਾਂ ਹੁੰਦੀਆਂ ਰਹੀਆਂ। ਮੇਰਾ ਸਵਾਲ ਹੈ ਕਿ ਕਿਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਰਹੀਆਂ ਨੇ ਜੋ ਕਿ ਤੁਸੀਂ ਐਕਸਪੈਕਟ ਕਰਦੇ ਹੋ ਕਿ ਅੱਗੇ ਨਾ ਹੋਣ? ਨਵਨੀਤ ਜੀ, ਪਹਿਲਾਂ ਤਾਂ ਮੈਂ ਵੈਦ ਸਾਹਿਬ ਬਹੁਤ ਸਤਿਕਾਰਯੋਗ ਨੇ, ਡਿਪਟੀ ਕਮਿਸ਼ਨਰ ਰਹੇ ਨੇ, ਹੁਣ MLA ਬਣ ਗਏ ਨੇ। ਪਰ ਮੈਨੂੰ ਇੱਕ ਗੱਲ ਦੱਸੋ ਕਿ ਕੋਵਿਡ ਦੇ ਟਾਈਮ ਦੇ ਵਿੱਚ ਜਦੋਂ ਪੰਜਾਬ ਸਰਕਾਰ ਨੇ ਰਾਸ਼ਨ ਬੰਦ ਕੀਤਾ ਸੀ ਲੋਕਾਂ ਦਾ ਤੇ ਲੋਕਾਂ ਨੂੰ ਹਾਈ ਕੋਰਟ ਜਾਣਾ ਪਿਆ ਸੀ, ਉਹਦੇ ਬਾਰੇ ਵੈਦ ਸਾਹਿਬ ਕੀ ਕਹਿੰਦੇ ਨੇ? ਔਰ ਹਾਈ ਕੋਰਟ ਦੇ ਵਿੱਚ ਫਿਰ ਪੰਜਾਬ ਸਰਕਾਰ ਨੇ ਬਿਆਨ ਦਿੱਤਾ ਕਿ ਹਾਂ, ਅਸੀਂ ਮੰਨਦੇ ਹਾਂ ਕਿ ਜਿਹੜੇ ਨਵੇਂ ਸਮਾਰਟ ਰਾਸ਼ਨ ਕਾਰਡ ਬਣੇ ਨੇ ਇਹਨਾਂ ਦੇ ਵਿੱਚ ਐਂਬੀਗੁਇਟੀਜ਼ ਹੈਗੀਆਂ ਨੇ, ਇਹ ਬਿਲਕੁਲ ਸਹੀ ਨਹੀਂ ਹੈਗੇ, ਸੋ ਸਾਨੂੰ ਵੈਰੀਫਿਕੇਸ਼ਨ ਕਰਨ ਦੀ ਟਾਈਮ ਦਿੱਤਾ ਜਾਵੇ, ਔਰ ਜਿੰਨੀ ਦੇਰ ਅਸੀਂ ਵੈਰੀਫਿਕੇਸ਼ਨ ਕਰ ਰਹੇ ਹਾਂ ਅਸੀਂ ਸਭ ਨੂੰ ਰਾਸ਼ਨ ਦੇਵਾਂਗੇ। ਸੋ ਪਹਿਲਾ ਮੇਰਾ ਸਵਾਲ ਇਹ ਹੈਗਾ ਕਿ ਹੁਣ ਕੋਵਿਡ ਦਾ ਦੌਰ ਚੱਲ ਰਿਹਾ ਹੈ, ਇਹਦੇ ਵਿੱਚ ਇਹਨਾਂ ਨੇ ਕਿਹੜੀ ਵੈਰੀਫਿਕੇਸ਼ਨ ਕਰ ਲਈ, ਕਿਹੜੀ ਗਰਾਊਂਡ ਲੈਵਲ ਤੇ ਇਹਨਾਂ ਨੇ ਰਿਪੋਰਟਸ ਤਿਆਰ ਕਰ ਲਈਆਂ ਕਿ ਜਿਹੜੇ ਨਵੇਂ ਸਮਾਰਟ ਰਾਸ਼ਨ ਕਾਰਡ ਇਸ਼ੂ ਕਰ ਰਹੇ ਨੇ? ਦੂਜੀ ਗੱਲ, ਜੋ ਇਹ ਸਕੀਮ ਹੈਗੀ ਇਹਦੇ ਬੈਕਡ੍ਰੌਪ 'ਚ ਜਾਣ ਦੀ ਲੋੜ ਹੈ। ਇਹ ਸਕੀਮ ਕੌਣ ਲੈ ਕੇ ਆਇਆ ਸੀ? ਇਹ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ 2007 ਦੇ ਵਿੱਚ ਲੈ ਕੇ ਆਏ ਸੀ, ਔਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਮਾਡਲ ਦੇਖ ਕੇ ਇਹ ਹੋਰ ਸਟੇਟਾਂ ਨੇ ਇਹਨੂੰ ਕਾਪੀ ਕੀਤਾ, ਈਵਨ ਕਿ ਸੈਂਟਰ ਨੇ ਵੀ ਉਹ ਤੋਂ ਬਾਅਦ ਸ਼ੁਰੂ ਕੀਤੀ। ਸੋ ਅਕਾਲੀ ਦਲ ਦੇ ਬਣਾਏ ਹੋਏ ਕਾਰਡ ਅੱਜ ਇਹ ਉਹਨੂੰ ਸਮਾਰਟ ਰਾਸ਼ਨ ਕਾਰਡ ਦੇ ਨੀਚੇ, ਇਹ ਸਿਰਫ ਮੈਂ ਇੱਕ ਹੋਰ ਗੱਲ ਦੱਸ ਦਿਆਂ ਕਿ ਇਹਦੇ ਵਿੱਚ ਵੀ ਇਹ ਕਾਂਗਰਸ ਜਿਹੜੇ ਸਮਾਰਟ ਰਾਸ਼ਨ ਕਾਰਡ ਬਣਾ ਰਹੀ ਹੈ, ਸਾਡੀ ਬੇਨਤੀ ਹੈ ਕਿ ਹੁਣ ਕੱਲੇ ਕਾਂਗਰਸੀਆਂ ਤੱਕ ਸੀਮਿਤ ਨਾ ਰੱਖਿਓ, ਇਹਨਾਂ ਨੂੰ ਅਸਲੀ ਲਾਭ ਪਾਤਰ ਤੱਕ ਜਾਣ ਦਿਓ, ਕਿਉਂਕਿ ਕੋਈ ਸਰਕਾਰ ਦੀ ਉਰੇ ਉਹ ਨਹੀਂ ਕਰਦੇ, ਇਹਨਾਂ ਨੂੰ ਅਸਲੀ ਲਾਭ ਪਾਤਰ ਤੱਕ ਜਾਣ ਦਿਓ, ਔਰ ਜਿਹੜਾ ਰਾਸ਼ਨ ਹੈ ਉਹਦੀ ਸਹੀ ਵੰਡ ਕਰ ਦਿਓ। ਜਿਹੜਾ ਕੋਵਿਡ ਦੇ ਵਿੱਚ ਸੈਂਟਰ ਸਰਕਾਰ ਦਾ ਰਾਸ਼ਨ ਆਇਆ, ਇਹਨਾਂ ਤੋਂ ਤਾਂ ਅੱਜ ਤੱਕ 2 ਵਾਰੀ ਉਹੀ ਨਹੀਂ ਸਹੀ ਵੰਡਿਆ ਗਿਆ। ਚਲੋ ਅੱਜ ਇਹ ਸਮਾਰਟ ਰਾਸ਼ਨ ਕਾਰਡ ਦੀ ਗੱਲ ਕਰਦੇ ਨੇ, ਮੈਂ ਕਹਿਣਾ ਇਹਦੇ ਥਰੂ ਹੀ ਸਹੀ ਵੰਡ ਲੈਣ। ਸੋ ਇਹ ਕਾਂਗਰਸ ਪਾਰਟੀ ਨੂੰ ਆਦਤ ਪੈ ਗਈ ਹੈ, ਪਹਿਲਾਂ ਕਦੇ ਆਪਣੇ ਮੈਨੀਫੈਸਟੋ ਦੇ ਵਿੱਚ ਕਹਿੰਦੇ ਅਸੀਂ ਇਹਦੇ ਨਾਲ ਚਾਹ ਪੱਤੀ ਵੀ ਦੇ ਦੇਾਂਗੇ, ਘਿਓ ਵੀ ਦੇ ਦੇਾਂਗੇ, ਵਾਅਦੇ ਬੜੇ ਵੱਡੇ ਵੱਡੇ ਕਰਦੇ ਨੇ, ਪਰ ਜਦੋਂ ਇਹਨਾਂ ਦੀ ਗੱਲਾਂ ਗਰਾਊਂਡ ਲੈਵਲ ਤੇ ਆਉਂਦੀਆਂ ਨੇ ਉੱਥੇ ਇਹਨਾਂ ਦੇ ਵਿੱਚ ਕੋਈ ਦਮ ਨਹੀਂ ਰਹਿੰਦਾ। ਠੀਕ ਹੈ ਰੋੜੀ ਸਾਹਿਬ ਫਿਰ ਆ ਰਹੇ ਵੈਦ ਸਾਹਿਬ ਜੀ, ਮੈਂ ਫੇਰ ਦੁਬਾਰਾ ਕਹਿਣਾ ਕਿ ਲੋਕਾਂ ਨੂੰ ਨਿਆਇਕ ਲੜਾਈ ਲੜ ਕੇ ਆਪਣੇ ਹੱਕ ਲੈਣੇ ਪੈ ਰਹੇ ਆ, ਕਾਂਗਰਸ ਉਹਨਾਂ ਨੂੰ ਕੀ? ਚਲੋ ਮੈਂ ਲੈਣਾ ਜਵਾਬ ਰੋੜੀ ਸਾਹਿਬ ਫਿਰ ਬਾਅਦ ਚ ਜਵਾਬ ਲਊਂਗਾ। ਰੋੜੀ ਸਾਹਿਬ, ਸਮਾਰਟ ਜਿਹੜੇ ਹੋ ਗਏ ਨੇ ਰਾਸ਼ਨ ਕਾਰਡ,
ਰਾਸ਼ਨ ਕਾਰਡ ਵਾਲੇ ਕਹਿ ਰਹੇ ਨੇ ਸਾਨੂੰ ਸਮਾਰਟ ਕਰ ਦਿਓ, ਕਈ ਲੋਕ ਮੈਸੇਜ ਕਰ ਰਹੇ ਨੇ ਕਿ ਸਾਨੂੰ ਨੌਕਰੀਆਂ ਦੇ ਦਿਓ, ਸਾਨੂੰ ਸਮਾਰਟ ਕਰ ਦਿਓ, ਰਾਸ਼ਨ ਕਾਰਡ ਦੀ ਲੋੜ ਹੀ ਨਹੀਂ ਰਹਿਣੀ। ਬਾਜਵਾ ਸਾਹਿਬ ਬਹੁਤ ਬਹੁਤ ਮਿਹਰਬਾਨੀ। ਅੱਜ ਬੈਦ ਸਾਹਿਬ ਨੇ ਕਿਹਾ ਕਿ ਹਮੇਸ਼ਾ ਡਿਬੇਟ ਦੇ ਵਿੱਚ ਅਸੀਂ ਇੱਕ ਦੂਸਰੇ ਦੀ ਇਲਜ਼ਾਮਬਾਜ਼ੀ ਨਾ ਲਾਈਏ ਕਿ ਕਦੇ ਕਿਸੇ ਨੂੰ ਐਪਰੀਸ਼ੀਏਟ ਵੀ ਕਰ ਦਈਏ। ਵਾਕਈ ਭਾਵੇਂ ਅਕਾਲੀ ਦਲ ਦੇ ਬੁਲਾਰੇ ਨੇ, ਭਾਵੇਂ ਕਾਂਗਰਸ ਦੇ ਬੁਲਾਰੇ ਬੈਠੇ ਨਾਲ ਬੀਜੇਪੀ ਦੇ ਵੀ ਨੇ, ਅੱਜ ਐਪਰੀਸ਼ੀਏਟ ਕਰ ਦੇਣਾ ਸੀ ਕਿ ਜੇਕਰ ਇਹ ਪਹਿਲੇ ਕਿ ਦਾਣੇ ਵਾਲੀ ਸਕੀਮ ਅਸੀਂ ਲੈ ਕੇ ਆਏ, ਉਹ ਕਹਿੰਦੇ ਅਸੀਂ ਲੈ ਕੇ ਆਏ। ਕਿੰਨਾ ਚੰਗਾ ਹੁੰਦਾ ਕਿ ਇਹ ਪੰਜਾਬ ਦੇ ਲੋਕਾਂ ਨੂੰ ਉਹ ਵੀ ਸਕੀਮਾਂ ਨਾਲ ਲਿਆਂਦੇ ਕਿ ਜਿਹਦੇ ਨਾਲ ਲੋਕ ਆਪ ਦਾਣੇ ਕਮਾਉਣ ਜੋਗੇ ਹੋ ਜਾਂਦੇ। ਕਿਉਂਕਿ ਅੱਜ ਹਰ ਇੱਕ ਬੰਦਾ ਜਿਹੜਾ ਆ, ਤੁਸੀਂ ਦੇਖੋ ਕਿ ਹਾਲਾਤ ਪੰਜਾਬ ਦੇ ਕਿ ਉਧਰੋਂ ਵੱਖਰਾ ਵਿਸ਼ਾ ਅਸੀਂ ਸਮਾਰਟ ਕਾਰਡਾਂ ਦੇ ਆ ਗਏ। ਅੱਜ ਮੈਂ ਮਨ ਬਣਾਇਆ ਕਿ ਅੱਜ ਆਪਾਂ ਨਾ ਕੋਈ ਨਿੰਦਿਆ ਨਹੀਂ ਕਰਨੀ, ਅੱਜ ਆਪਾਂ ਬੈਦ ਸਾਹਿਬ ਨੂੰ ਬੇਨਤੀ ਕਰਨੀ। ਬੈਦ ਸਾਹਿਬ ਬੇਨਤੀ ਇਹ ਆ ਕਿ ਜਿਹੜੇ ਇਹ ਸਮਾਰਟ ਕਾਰਡ ਬਣ ਕੇ ਆਏ ਆ, ਕਿਰਪਾ ਕਰਕੇ ਨੋਟ ਕਰ ਲਿਓ ਕਿ ਇਹਨਾਂ ਦੇ ਵਿੱਚ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਸਾਰਿਆਂ ਦੇ ਕਈਆਂ ਦੇ ਸਾਨੂੰ ਦਿੱਕਤ ਪਰੇਸ਼ਾਨੀ ਆ ਰਹੀ ਹੈ। ਲੋਕਾਂ ਦੇ ਮੈਸੇਜ ਵੀ ਆ ਰਹੇ ਆ, ਸਵੇਰ ਦੇ ਆਫਿਸ ਤੇ ਲਾਈਨ ਲੱਗੀ ਹੈ ਕਿ ਪਰਿਵਾਰ ਦੇ ਮੈਂਬਰ ਪਹਿਲਾਂ 7 ਸੀਗੇ, ਹੁਣ ਵਿੱਚ 5 ਰਹਿ ਗਏ ਆ। ਕਈਆਂ ਦੇ 4 ਸੀ, ਹੁਣ 6 ਬਣਨੇ ਸੀ, 3 ਰਹਿ ਗਏ ਆ। ਪਰਿਵਾਰ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਦੇ ਮੈਂਬਰਾਂ ਦੇ ਹਿਸਾਬ ਦੇ ਨਾਲ ਉਹਨਾਂ ਦੇ ਨਾਮ ਜਿਹੜੇ ਉਹ ਐਡ ਕੀਤੇ ਜਾਣ। ਨੰਬਰ 1। ਨੰਬਰ 2, ਜਿਨ੍ਹਾਂ ਪਰਿਵਾਰਾਂ ਦੇ ਨਾਮ ਨਵੇਂ ਐਡ ਕੀਤੇ ਗਏ ਨੇ, ਜਿਨ੍ਹਾਂ ਦੇ 2017-18 ਦੇ ਵਿੱਚ ਦਾਣਿਆਂ ਵਾਲੇ ਕਾਰਡ ਦੇ ਵਿੱਚ ਨਾਮ ਹੈਗੇ ਆ, ਉਹਨਾਂ ਦਾ ਤਾਂ ਸਰਬੱਤ ਸਿਹਤ ਬੀਮਾ ਯੋਜਨਾ ਬਣ ਜਾਂਦਾ ਕਾਰਡ, ਜਿਹਨੂੰ ਆਯੁਸ਼ਮਾਨ ਕਾਰਡ ਕਹਿੰਦੇ ਆ। ਜਿਹਨਾਂ ਦੇ 2019 ਦੇ ਵਿੱਚ ਜਾਂ 2020 ਦੇ ਵਿੱਚ ਦਾਣਿਆਂ ਵਾਲੇ ਕਾਰਡ ਦੇ ਵਿੱਚ ਨਾਮ ਐਡ ਕੀਤੇ ਗਏ ਆ, ਉਹ ਦਾਣੇ ਤਾਂ ਮਿਲ ਗਏ, ਉਹਨੂੰ ਮਿਲ ਗਏ ਕਿ ਨਹੀਂ ਮਿਲ ਗਏ ਉਹ ਬਾਅਦ ਦੀ ਗੱਲ ਹੈ। ਪਰ ਜਦੋਂ ਉਹ ਆਯੁਸ਼ਮਾਨ ਯੋਜਨਾ ਦਾ ਕਾਰਡ ਬਣਾਉਣਾ ਚਾਹੁੰਦੇ ਆ, ਜਿਹਨੂੰ ਪੰਜਾਬ ਵਿੱਚ ਸਰਬੱਤ ਸਿਹਤ ਬੀਮਾ ਯੋਜਨਾ ਕਾਰਡ ਕਹਿੰਦੇ ਆ, ਤਾਂ ਉਹ ਉਹਨਾਂ ਦਾ ਕਾਰਡ ਨਹੀਂ ਬਣ ਪਾਉਂਦਾ। ਬੈਦ ਸਾਹਿਬ ਨੂੰ ਬੇਨਤੀ ਹੈ ਕਿ ਆਪਣੀ ਸਰਕਾਰ ਦੇ ਕੋਲ ਆਵਾਜ਼ ਪਹੁੰਚਾਉਣ, ਅਸੀਂ ਵੀ ਪਹੁੰਚਾਉਂਦੇ, ਮੈਂ ਵੀ ਲੈਟਰ ਲਿਖਾਂਗਾ ਕਿ ਜਲਦ ਤੋਂ ਜਲਦ ਇਹ ਜਿਹੜੇ ਸੰਬੰਧਿਤ ਮਹਿਕਮੇ ਨਾਲ, ਭਾਵੇਂ ਹੈਲਥ ਦੇ ਨਾਲ ਬਲਬੀਰ ਸਿੱਧੂ ਜੀ ਨੇ ਕਰਨਾ, ਭਾਵੇਂ ਆਸ਼ੂ ਜੀ ਨੇ ਕਰਨਾ, ਜਿਹੜੇ ਆ ਹੈਲਥ ਕਾਰਡ ਜਿਹੜਾ ਆ, ਕਿਉਂਕਿ ਦਾਣਿਆਂ ਵਾਲੇ ਕਾਰਡ ਦੇ ਉੱਤੇ ਕਹਿੰਦੇ ਦਾਣੇ ਨਹੀਂ, ਅੱਜ ਹੈਲਥ ਕਾਰਡ ਵੀ ਉਸੇ ਬੰਦੇ ਦਾ ਬਣਨਾ ਜਿਹਦਾ ਦਾਣਿਆਂ ਵਾਲਾ ਕਾਰਡ ਬਣਿਆ ਹੋਇਆ ਹੈ। ਕਿਰਪਾ ਕਰਕੇ ਦਾਣਿਆਂ ਵਾਲੇ ਕਾਰਡ ਦੇ ਵਿੱਚ ਜਿਨ੍ਹਾਂ ਦੇ 2019 ਦੇ ਔਰ 2020 ਦੇ ਨਾਮ ਐਡ ਹੋਏ ਆ, ਉਹਨਾਂ ਦੇ ਜਿਹੜੇ ਲਾਭਪਾਤਰੀ ਆ ਉਹ ਹੈਲਥ ਕਾਰਡ ਦੇ ਵਿੱਚ ਜ਼ਰੂਰ ਐਡ ਕੀਤੇ ਜਾਣ, ਤਾਂ ਜੋ ਪੰਜਾਬ ਦੇ ਲੋਕ ਆਪਣੀਆਂ ਸਿਹਤ ਸੇਵਾਵਾਂ ਜਿਹੜੀਆਂ ਉਹ ਲੈ ਸਕਣ। ਠੀਕ ਹੈ ਸਰੀਨ ਸਾਹਿਬ, ਸਮਾਰਟ ਰਾਸ਼ਨ ਕਾਰਡ। हाँ नदीप जी, देखो स्मार्ट कार्ड का इशू होना एक अच्छी गल है और ये कुछ हद तक जी भ्रष्टाचार से भी रोक लगेगी। लेकिन तुहानू याद होएगा कि प्रधानमंत्री जी ने कहा सीगा वन नेशन वन राशन कार्ड, ये उसे दा ही एक स्टेप है। लगभग 24 स्टेट्स पूरे कंट्री दे विच और 65 करोड़ लोगों के इस तरह के स्मार्ट कार्ड बन चुके हैं और बाकी जिहड़े 31 मार्च तक 21 तक इन्हों पूरा करने का केंद्र सरकार का टीचा है। इस वे 23 करोड़ के करीब राशन कार्ड सारे कंट्री च है, 80 करोड़ लोग जुड़े हुए हैं और इंटरस्टेट पोर्टेबिलिटी का भी सिस्टम होएगा कि जो अज इतने राशन लै रहा तो कल यूपी या बिहार से जाके भी उन्हें राशन लेना हो, तो ये योजना केंद्र सरकार की हैगी है। ठीक, स्मार्ट कार्ड बनया एक अच्छी गल, मैं इस वास्ते इसकी बधाई भी देना सरकार नूं, इस कोई दो राय नहीं की, अच्छा काम होया। डिजिटलाइजेशन जरूरी है, लेकिन ਇਹੋ ਜਿਹੇ ਕੰਮ ਕਰਦੇ ਹੋਏ ਛੋਟੀਆਂ ਰਾਜਨੀਤੀਆਂ ਨਹੀਂ ਕਰਨੀਆਂ ਚਾਹੀਦੀਆਂ। ਜਿਵੇਂ ਹੁਣ ਤੁਸੀਂ, ਮੈਂ ਉੱਥੇ ਹੀ ਆ ਰਿਹਾ ਜੀ, ਹੁਣ ਇਹਨਾਂ ਨੇ ਅੱਜ ਮੈਂ ਐਡ ਪੜ੍ਹ ਰਿਹਾ ਸੀਗਾ, ਸਮਾਰਟ ਕਾਰਡ ਬਣਾਇਆ, ਹੁਣ ਉਹਦੇ ਉੱਤੇ ਕੈਪਟਨ ਸਾਹਿਬ ਦੀ ਫੋਟੋ ਲਾਤੀ। ਹੁਣ ਜੇ ਪ੍ਰਮਾਤਮਾ ਅੱਗੇ ਤੇ ਲੋਕਾਂ ਦੇ ਹੱਥ ਚ ਹੈਗਾ, ਹਰ ਇੱਕ ਪਾਰਟੀ ਦਾ ਆਪਣਾ ਹੁੰਦਾ ਕਿ ਅਸੀਂ ਸਰਕਾਰ ਦੁਆਰਾ ਬਣਾਵਾਂਗੇ ਜਾਂ ਅਸੀਂ ਕਹਿੰਦੇ ਅਸੀਂ ਸਰਕਾਰ ਅਗਲੀ ਵਾਰੀ ਬਣਾਵਾਂਗੇ। ਹੁਣ ਉਹਦੇ ਤੇ ਸਮਾਰਟ ਕਾਰਡ ਤੇ ਤੁਸੀਂ ਕੈਪਟਨ ਸਾਹਿਬ ਦੀ ਫੋਟੋ ਲਾਤੀ, ਹੁਣ ਕੱਲ ਨੂੰ ਉਤਰ ਜਾਣਗੇ, ਫੇਰ ਕੀ ਹੋਊਗਾ? ਕੋਈ ਨਹੀਂ, ਤੁਸੀਂ ਆਪਣੀ ਲਾ ਦਿਓ ਸਹੀ ਸਾਹਿਬ, ਤੁਸੀਂ ਆਪਣੀ ਲਾ ਦਿਓ। ਇੱਕ ਮਿੰਟ, ਨਹੀਂ ਮੈਂ ਦੇਖੋ ਇਹ ਤੁਹਾਡਾ ਤਰਕ, ਮੈਂ ਮੇਰੀ ਗੱਲ ਸੁਣੋ, ਕੇਂਦਰ ਦੇ ਵਿੱਚ ਤੁਹਾਡੀ ਸਕੀਮਾਂ ਦੀਆਂ ਮੈਂ ਇਹਦੇ 'ਚ ਤੇ ਦੇਖੋ ਇਹ ਹੁਣ ਛੋਟੀ ਰਾਜਨੀਤੀ ਕਿੱਥੇ ਮੈਂ ਸਮਝਣਾ ਚਾਹ ਰਿਹਾ। ਤੁਸੀਂ ਇੱਕ ਪਾਸੇ ਕਹਿ ਰਹੇ ਹੋ ਜੀ ਫੋਟੋਆਂ ਲਾਤੀਆਂ, ਤੁਹਾਡੀ ਜਦੋਂ ਪਿਛਲੀ ਸਰਕਾਰ ਸੀ ਕਿ ਸਾਈਕਲਾਂ ਤੇ ਫੋਟੋਆਂ ਨਹੀਂ ਲੱਗੀਆਂ, ਕਿ ਬਾਕੀ ਜਗ੍ਹਾ ਫੋਟੋਆਂ ਨਹੀਂ ਲੱਗੀਆਂ, ਆ ਫੋਟੋ ਵਾਲੀ ਗੱਲ ਨਹੀਂ ਮੈਨੂੰ ਸਮਝ ਆਈ ਤੁਹਾਡੀ। ਮੈਂ ਉੱਥੇ ਆ ਰਿਹਾ, ਮੈਂ ਇਹ ਕਹਿ ਰਿਹਾ ਕਿ ਜਿਹੜੀਆਂ ਚੀਜ਼ਾਂ ਇੱਕ ਕਾਰਡ ਇਹ ਨਹੀਂਗਾ ਕਿ ਥੋੜੀ ਦੇਰ ਲਈ ਕਿਸੇ ਇੱਕ ਚਲੇ ਗਿਆ ਮੁੜ ਕੇ ਉਹਦੀ ਯੂਜ਼ ਨਹੀਂ ਹੋਣੀ, ਇਹ ਲਾਈਫ ਲੌਂਗ ਉਸਦਾ ਯੂਜ਼ ਹੋਣਾ ਹੈ। ਫਰਕ ਇਹ ਆ ਰਿਹਾ।
ਮੈਂ ਇੱਥੇ ਆ ਰਿਹਾ, ਜਿਹੜੀ ਚੀਜ਼ ਕਿਸੇ ਵੀ ਪਾਰਟੀ ਦੀ ਹੋਵੇ, ਮੈਂ ਉਸ ਨੂੰ ਕਿਸੇ ਦੀ ਕੋਈ ਡਿਫੈਂਡ ਨਹੀਂ ਕਰ ਰਿਹਾ, ਕਿਸੇ ਨੂੰ ਨਹੀਂ ਕਰ ਰਿਹਾ, ਜਿਹੜੀ ਚੀਜ਼ ਇਸ ਤਰ੍ਹਾਂ ਦੀ ਲਾਈਫ ਲੌਂਗ ਚੱਲਣੀ ਹੋਵੇ ਉਹਦੇ ਵਿੱਚ ਇਸ ਤਰ੍ਹਾਂ ਦੀ ਰਾਜਨੀਤੀ ਚਾਹੇ ਕੋਈ ਪਾਰਟੀ ਹੋਵੇ ਉਹਨੂੰ ਨਹੀਂ ਕਰਨੀ ਚਾਹੀਦੀ। ਠੀਕ ਹੈ। ਮੇਰਾ ਬੜਾ ਦੂਸਰੀ ਚੀਜ਼, ਹਾਂ ਹੁਣ ਇਹਨਾਂ ਨੇ ਸਮਾਰਟ ਕਾਰਡ ਬਣਾਤੇ। ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਜਿਹੜੇ ਨੀਲੇ ਕਾਰਡ ਦੇ ਲੋਕ ਇਹਨਾਂ ਨੇ ਕੱਟ ਦਿੱਤੇ ਸੀਗੇ ਔਰ ਹਾਈ ਕੋਰਟ ਨੇ ਵੀ ਕਿਹਾ ਕਿ ਇਹਨੂੰ ਰਿਵਿਊ, ਉਹਦਾ ਕੀ ਹੋਏਗਾ, ਉਹ ਹਜੇ ਤੱਕ ਇਹਨੇ ਕੁਝ ਨਹੀਂ ਕੀਤਾ। ਠੀਕ, ਕਿੰਨੇ ਲੋਕ ਉਹ ਤੋਂ ਵਾਂਝੇ ਹੋ ਗਏ। ਨੰਬਰ 2, ਇਹ ਜਿਹੜੇ ਸਮਾਰਟ ਕਾਰਡ ਬਣਾਏ, ਇਹ ਕਹਿੰਦੇ ਨੇ ਜੀ ਆਧਾਰ ਬੇਸਡ ਸਮਾਰਟ ਕਾਰਡ ਬਣਾਏ। ਵੈਦ ਸਾਹਿਬ, ਤੁਸੀਂ ਲੁਧਿਆਣੇ ਤੋਂ, ਤੁਸੀਂ ਅਖਬਾਰਾਂ 'ਚ ਵੀ ਪੜ੍ਹਿਆ ਹੋਏਗਾ, ਮੈਂ ਇਸ ਵਿਸ਼ੇ ਨੂੰ ਲੈ ਕੇ ਲੁਧਿਆਣੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀਗੀ ਕਿ ਕਿੱਡੀ ਵੱਡੀ ਧਾਂਦਲੀ ਇਹ ਰਾਸ਼ਨ ਕਾਰਡਾਂ 'ਚ, ਜਾਂ ਸੋ ਕਾਲਡ ਬਲੂ ਕਾਰਡ ਕਹਿ ਲਓ, ਸੋ ਕਾਰਡ ਹੁੰਦੇ ਸਮਾਰਟ ਕਾਰਡ ਕਹਿ ਲਓ। ਆ ਮੈਂ ਐਗਜ਼ਾਮਪਲਾਂ ਦੇ ਰਿਹਾ ਤੁਹਾਨੂੰ। ਇਹ ਇੱਕੋ ਇੱਕ ਕੰਸਟੀਟੂਐਂਸੀ ਦੇ 250 ਤੋਂ ਵੱਧ ਹੈਗੇ ਨੇ। ਨਿਸ਼ਾ ਰਾਣੀ ਇੱਕ ਹੈਗੀ ਹੈ, ਉਹਦੇ ਵਿੱਚ 6 ਬੰਦੇ ਨੇ, ਉਹ ਕੱਲੀ ਹੈਗੀ ਹੈ ਜੀ, ਉਹਨੂੰ ਨਹੀਂ ਪਤਾ ਕਿ 6 ਬੰਦੇ ਕੌਣ ਨੇ ਉਸ ਰਾਸ਼ਨ ਕਾਰਡ ਦੇ ਵਿੱਚ। ਇਹ ਦੀਪਕ ਕਾਲਰਾ ਜੀ ਹੈਗੇ ਨੇ, ਇਹਨਾਂ ਨੂੰ ਨਹੀਂ ਪਤਾ ਕਿ ਇਹ ਜਿਹੜੇ 5-6 ਬੰਦੇ ਵਿੱਚ ਐਡ ਕੀਤੇ ਹੈ ਕੌਣ ਨੇ, ਇਹਨਾਂ ਦੇ ਪਰਿਵਾਰ ਨਾਲ ਇਹਦਾ ਕੋਈ ਸੰਬੰਧ ਨਹੀਂਗਾ। ਇਹ ਨਿਖਿਲ ਗੁਲਾਟੀ ਜੀ ਨੇ, ਇਹਨਾਂ ਦਾ ਇੱਕ ਕਾਰਡ ਹੈਗਾ, ਐਵੀਡੈਂਸ ਚਾਹਣਗੇ, ਆਲਰੇਡੀ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵਿੱਚ ਸਾਰਾ ਕੁਝ ਸਬਮਿਟ ਕਰ ਚੁੱਕੇ ਹਾਂ। ਇਹ ਇਕੱਲੇ ਇਹਨਾਂ ਦੇ ਨਾਲ ਜਿੰਨੇ ਆ 7 ਮੈਂਬਰ ਲਾਏ ਹੋਏ ਨੇ, ਉਹਨਾਂ ਨੂੰ ਵੀ ਪਤਾ ਕਿ ਮੇਰੇ ਕਿਹੜੇ ਹੋਣਗੇ, ਇਹਨਾਂ ਦੇ ਪਰਿਵਾਰ ਦੇ ਮੈਂਬਰ ਨਹੀਂ ਹੈਗੇ। ਮੈਂ ਨਾਲ ਦਿਖਾ ਰਿਹਾ ਵੈਦ ਸਾਹਿਬ, ਆ ਫੁਲੰਦਾ ਜੇ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਦਿੱਤਾ, ਠੀਕ ਹੈ ਕਿ ਜੀ, ਪਰ ਇਹ ਇੱਕ ਸਿਰਫ 25 ਲੋਕਾਂ ਦਾ ਦਿੱਤਾ। 250 ਤੋਂ ਵੱਧ ਅਸੀਂ ਡਿਟੈਕਟ ਕਰ ਚੁੱਕੇ ਹਾਂ, ਜਿਨ੍ਹਾਂ ਦੇ ਵਿੱਚ ਰਾਸ਼ਨ ਕਾਰਡ ਹੋਲਡਰ ਨੂੰ, ਜਿਹਦਾ ਆ ਵੈਰੀਫਾਈਡ ਹੈਗਾ ਆਧਾਰ ਬੇਸਡ। ਠੀਕ ਹੈ, ਮੈਂ ਤੁਹਾਡੀ ਗੱਲ ਦਾ ਜਵਾਬ ਲੈ ਲੈਣਾ। ਵੈਦ ਸਾਹਿਬ, ਸਾਰੀਆਂ ਗੱਲਾਂ ਦਾ ਜਵਾਬ ਦਿਓ। ਕਲੇਰ ਸਾਹਿਬ ਨੇ ਵੀ ਬੜਾ ਇੱਕ ਪੁਆਇੰਟ ਇੱਥੇ ਰੱਖਿਆ ਕਿ ਹਾਈ ਕੋਰਟ ਤੱਕ ਜਾਣਾ ਪਿਆ, ਕਿਉਂ ਇਹ ਸਾਰਾ ਕੁਝ ਹੋ ਰਿਹਾ, ਪੱਖਪਾਤ ਕਿਉਂ ਹੈ। ਹਾਲਾਂਕਿ ਕੁਝ ਸਵਾਲ ਤੁਹਾਨੂੰ ਰੋੜੀ ਸਾਹਿਬ ਨੇ ਵੀ ਕੀਤੇ ਨੇ ਕਿ ਬਈ ਬਾਕੀ ਚੀਜ਼ਾਂ ਦਾ ਦੱਸ ਦਿਓ ਕਿ ਉਹਦਾ ਸਿਸਟਮ ਕੀ ਰਹਿਣ ਵਾਲਾ ਹੈ। ਨਵੀਨ ਜੀ, ਮੈਂ ਤੁਹਾਨੂੰ ਸਾਰੇ ਸਵਾਲਾਂ ਦਾ ਜਵਾਬ ਦੇਣਾ, ਮੈਨੂੰ 2 ਮਿੰਟ ਦੇ ਦਿਓ। ਬਿਲਕੁਲ ਬਿਲਕੁਲ। ਇਹ ਮੇਰਾ ਅਰਸ਼ਦੀਪ ਛੋਟਾ ਵੀਰ ਆ ਕਲੇਰ, ਮੈਂ ਆਪਣੇ ਛੋਟੇ ਵੀਰ ਨੂੰ ਇਹ ਬੇਨਤੀ ਕਰੂੰਗਾ ਕਿ ਬ੍ਰਦਰ ਕਾਈਂਡਲੀ ਜਿਹੜੀ ਤੁਸੀਂ ਹਾਈ ਕੋਰਟ ਦੀ ਗੱਲ ਕੀਤੀ ਆ, ਉਹ ਮੈਟਰ ਉਹ ਸੀਗਾ ਜਿਹਦੇ ਵਿੱਚ ਰਾਸ਼ਨ ਕਾਰਡ ਆਲਰੇਡੀ ਕੱਟੇ ਗਏ ਸੀਗੇ। ਉਹ ਸਾਰੇ ਜਿਹੜਾ ਮੈਟਰ ਸੀਗਾ ਉਹ ਇਹ ਨਹੀਂ ਸੀਗਾ ਹਾਈ ਕੋਰਟ ਦੇ ਵਿੱਚ ਕਿ ਸਾਰੇ ਲੋਕਾਂ ਨੂੰ ਰਾਸ਼ਨ ਨਹੀਂ ਵੰਡਿਆ ਗਿਆ। ਇਹ ਤੁਹਾਨੂੰ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ, ਹਾਈ ਕੋਰਟ ਦਾ ਆਰਡਰ ਪੜ੍ਹ ਲਿਓ, ਹਾਈ ਕੋਰਟ ਦੀ ਜਿਹੜੀ ਪਟੀਸ਼ਨ ਆ ਉਹ ਤੁਸੀਂ ਪੜ੍ਹ ਲਿਓ। ਦੂਸਰੀ ਗੱਲ, ਤੁਸੀਂ ਇਹ ਕਿਹਾ ਕਿ ਇਹਦੇ ਵਿੱਚ ਕਾਂਗਰਸ ਨੇ ਜਿਹੜਾ ਤੁਹਾਡਾ ਇਹ ਬਾਦਲ ਸਾਹਿਬ ਨੇ 2007 ਦੇ ਵਿੱਚ ਇਹ ਸ਼ੁਰੂ ਕੀਤਾ। ਮੇਰੇ ਛੋਟੇ ਵੀਰ, ਇਹ ਜਿਹੜੀ ਰਾਸ਼ਨ ਵੰਡ ਪ੍ਰਣਾਲੀ ਹੈ, ਪੀਡੀਐਸ ਸਿਸਟਮ ਹੈ, ਇਹ ਅੱਜ ਦਾ ਨਹੀਂ, ਇਹ 1960 ਜਾਂ ਮੈਨੂੰ ਹੁਣ ਐਗਜ਼ੈਕਟ ਨਹੀਂ ਪਤਾ, ਬਟ ਮੈਂ ਇਸ ਕਰਕੇ ਤੁਹਾਨੂੰ ਅਥੈਂਟਿਸਿਟੀ ਨਾਲ ਕਹਿ ਰਿਹਾ ਕਿ ਮੇਰੇ ਪਿਤਾ ਜੀ ਦਾ RD 53 1962-63 ਦੇ ਵਿੱਚ ਰਾਸ਼ਨ ਡੈਪੂ ਸੀਗਾ। ਸੋ ਇਹ ਪੀਡੀਐਸ ਸਿਸਟਮ ਬਾਦਲ ਸਾਹਿਬ ਨੇ ਨਹੀਂ ਦਿੱਤਾ, ਨਾ ਹੀ ਉਹਨਾਂ ਨੇ 2007 ਵਿੱਚ ਦਿੱਤਾ ਹੈ। ਇਹ ਪੀਡੀਐਸ ਸਿਸਟਮ ਬਹੁਤ ਪੁਰਾਣਾ ਚੱਲਿਆ ਆ ਰਿਹਾ ਹੈ, ਇਹਦੇ ਵਿੱਚ ਬੜੀਆਂ ਸੋਧਾਂ ਹੋਈਆਂ ਨੇ। ਜਿੱਥੋਂ ਤੱਕ ਸਵਾਲ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ, ਹੁਣ ਮੈਂ ਤੁਹਾਨੂੰ ਇੱਕ ਡਾਟਾ ਦੇਣ ਲੱਗਿਆ। ਮਿਸਟਰ ਜਤਿੰਦਰ ਪੰਨੂ ਨੇ ਪ੍ਰਾਈਮ ਏਸ਼ੀਆ ਤੇ ਆਉਂਦੇ ਨੇ, ਬੜੇ ਵਰਿਸ਼ਠ ਪੱਤਰਕਾਰ ਨੇ ਪੰਜਾਬ ਦੇ, ਉਹਨਾਂ ਨੇ ਅਥੈਂਟਿਸਿਟੀ ਨਾਲ ਬਕਾਇਦਾ ਡਾਟਾ ਦੇ ਕੇ ਕਿਹਾ ਕਿ 70,000 ਲੋਕਾਂ ਦੇ ਤੁਸੀਂ ਗਲਤ ਰਾਸ਼ਨ ਕਾਰਡ ਬਣਾ ਕੇ ਉਹਨਾਂ ਨੂੰ ਪੈਸੇ ਦਿੱਤੇ। ਇਹ ਪ੍ਰੂਵਡ ਫੈਕਟ ਹੈ, ਜਿਹਦੇ ਵਿੱਚ 160 ਕਰੋੜ ਰੁਪਏ ਦਾ ਤੁਸੀਂ 10 ਸਾਲਾਂ ਵਿੱਚ ਸਾਡੇ ਲੋਕਾਂ ਦਾ ਖਰਾਬ ਕੀਤਾ। 160 ਕਰੋੜ ਰੁਪਏ ਦਾ, ਜੇ ਤੁਸੀਂ ਠੀਕ ਸਮਝਦੇ ਹੋ ਇਹਨੂੰ ਚੈਲੰਜ ਕਰ ਦਿਓ। ਮਿਸਟਰ ਜਤਿੰਦਰ ਪੰਨੂ ਦਾ ਨਾਮ ਮੈਂ ਲੈ ਰਿਹਾ, ਉਹਨਾਂ ਨੇ ਆਰਟੀਕਲ ਵੀ ਲਿਖਿਆ, ਉਹਨਾਂ ਨੇ ਟੀਵੀ ਦੇ ਉੱਤੇ ਡਿਬੇਟ ਵਿੱਚ ਇਹਦਾ ਡਾਟਾ ਦਿੱਤਾ। ਇਹ ਜਿਹੜੀ ਗੱਲ ਅਨਿਲ ਸਰੀਨ ਸਾਹਿਬ ਨੇ ਕਹੀ ਹੈ, ਮੈਂ ਧੰਨਵਾਦੀ ਹਾਂ ਸਰੀਨ ਸਾਹਿਬ, ਤੁਸੀਂ ਬਹੁਤ ਮੇਰੇ ਆਨਰੇਬਲ ਹੋ, ਬਹੁਤ ਪੜ੍ਹੇ ਲਿਖੇ ਇਨਸਾਨ ਹੋ। ਮੈਂ ਤੁਹਾਡੇ ਨਾਲ 2-3 ਗੱਲਾਂ ਕਰਾਂਗਾ। ਤੁਸੀਂ ਫੋਟੋ ਦੀ ਗੱਲ ਕੀਤੀ ਹੈ, ਜਿੱਦਾਂ ਨਵਨੀਤ ਸਿੰਘ ਨੇ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਤੁਹਾਡੀ ਭਾਈਵਾਲ ਪਾਰਟੀ ਸੀ, ਸਾਈਕਲਾਂ ਦੇ ਉੱਤੇ ਬਾਦਲ ਸਾਹਿਬ ਦੀ ਫੋਟੋ ਲੱਗੀ, ਰਾਸ਼ਨ ਕਾਰਡ ਦੇ ਉੱਤੇ ਬਾਦਲ ਸਾਹਿਬ ਦੀ ਫੋਟੋ ਲੱਗੀ। ਜਿਹੜੀ 108 ਐਂਬੂਲੈਂਸ ਆਈ, ਜਿਹੜੀ ਕਿ ਸੈਂਟਰ ਨੇ ਭੇਜੀ ਸੀ, ਉਹਦੇ ਵਿੱਚ ਬਾਦਲ ਸਾਹਿਬ ਦੀ ਫੋਟੋ ਆਈ, ਲੇਕਿਨ ਆਬਜੈਕਸ਼ਨ ਹੋਣ ਤੋਂ 2 ਸਾਲ ਬਾਅਦ ਉਹ ਫੋਟੋਆਂ ਰਿਮੂਵ ਕੀਤੀਆਂ ਗਈਆਂ। ਮੈਂ ਇੱਕ ਤੁਹਾਨੂੰ ਹੋਰ ਡਾਟਾ ਤੁਹਾਨੂੰ ਸਰੀਨ ਸਾਹਿਬ ਦੇਣ ਲੱਗਿਆ, ਇਹਨੂੰ ਕਾਈਂਡਲੀ ਨੋਟ ਕਰ ਲੈਣਾ। 2014 ਤੋਂ ਲੈ ਕੇ ਹੁਣ ਤੱਕ
ਮੋਦੀ ਸਾਹਿਬ ਦੀ ਐਡਵਰਟਾਈਜ਼ਮੈਂਟ ਤੇ 3 ਲੱਖ ਕਰੋੜ ਰੁਪਇਆ ਖਰਚਿਆ ਗਿਆ। 3 ਲੱਖ ਕਰੋੜ ਰੁਪਇਆ ਖਰਚਿਆ ਗਿਆ। ਆਪਣੇ ਪੁੰਨਿਆ ਪ੍ਰਸੂਨ ਵਾਜਪਾਈ ਹਿੰਦੁਸਤਾਨ ਦੇ ਬੜੇ ਵੱਡੇ ਜਰਨਲਿਸਟ ਨੇ, ਉਹਨਾਂ ਨੇ ਟੀਵੀ ਦੇ ਉੱਤੇ ਆਪਣੇ ਵੈਬ ਚੈਨਲ ਦੇ ਉੱਤੇ ਕੱਲਾ ਕੱਲਾ ਡਾਟਾ ਦਿੱਤਾ ਹੈ ਆਰਟੀਆਈ ਚੋਂ ਲੈ ਕੇ 3 ਲੱਖ ਕਰੋੜ ਰੁਪਏ ਦਾ। ਦੇਖੋ ਮੈਂ ਨਾ ਵੈਸੇ ਸਾਹਿਬ ਮੈਂ ਡਾਇਵਰਟ ਹੋਣਾ ਨਹੀਂ ਚਾਹ ਰਿਹਾ, ਗੱਲ ਤੁਹਾਡੀ ਠੀਕ ਹੈ ਜਿਹੜੇ ਤੁਸੀਂ ਪੁਆਇੰਟਸ ਇੱਥੇ ਰੱਖ ਰਹੇ ਹੋ ਕਿ ਹਰ ਸਰਕਾਰ ਖਰਚ ਕਰਦੀ ਹੈ, ਮੈਂ ਹਰ ਸਰਕਾਰ ਖਰਚ ਕਰਦੀ ਹੈ। ਮੈਂ ਇਸੇ ਕਰਕੇ ਸਰੀਨ ਸਾਹਿਬ ਨੂੰ ਉਹ ਗੱਲ ਕਹਿਤੀ ਕਿ ਫੋਟੋਆਂ ਤੇ ਸਵਾਲ ਖੜੇ ਨਾ ਕਰੋ। ਕੇਂਦਰ ਸਰਕਾਰ ਦੀਆਂ ਕਿੰਨੀਆਂ ਕੋਈ ਸਕੀਮਾਂ ਨੇ ਜਿੱਥੇ ਮੋਦੀ ਸਾਹਿਬ ਦੀ ਫੋਟੋ ਹੈ, ਉਹਦੇ ਤੇ ਸਵਾਲ ਅਸੀਂ ਆਪਾਂ ਡਾਇਵਰਟ ਕਰਾਂਗੇ ਡਿਬੇਟ ਨੂੰ। ਗੱਲ ਦਾ ਜਵਾਬ ਦੇ ਹਾਂ ਬਿਲਕੁਲ। ਇਹ ਸਮਾਰਟ ਕਾਰਡ ਸੁਣ ਲਓ, ਜਿਹੜੀ ਹੈਲਥ ਕਾਰਡ ਬਣਾਏ ਸੀਗੇ ਸ਼੍ਰੋਮਣੀ ਅਕਾਲੀ ਦਲ ਨੇ, ਉਦੋਂ ਮੈਂ ਇਹਨਾਂ ਦੀ ਸਰਕਾਰ ਦਾ ਉਦੋਂ ਮੈਂ ਆਫੀਸਰ ਸੀ, ਬਹੁਤ ਵਧੀਆ ਸਕੀਮ ਆਈ ਸੀ। ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹ ਵਧੀਆ ਸਕੀਮ ਬਣਾਈ ਸੀ। ਠੀਕ ਹੈ, ਕਈ ਕਾਰਨਾਂ ਕਰਕੇ ਉਹ ਸਕਸੈਸਫੁਲ ਨਹੀਂ ਹੋ ਸਕੀ, ਲੇਕਿਨ ਮੈਂ ਉਦੋਂ ਵੀ ਐਪਰੀਸ਼ੀਏਟ ਕਰਦਾ, ਅੱਜ ਵੀ ਐਪਰੀਸ਼ੀਏਟ ਕਰਦਾ। ਸੈਂਟਰ ਸਰਕਾਰ ਦੀਆਂ 2-3 ਸਕੀਮਾਂ ਜਿਹੜੀਆਂ ਹੈਲਥ ਦੇ ਉੱਤੇ ਨੇ ਬਹੁਤ ਅੱਛੀਆਂ ਨੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ। लेकिन मैं श्रीन नहीं पर वैसा पता सवाल की है, वैसा ऐसी स्कीम ते सवाल नहीं है। सवाल है कि राशन कार्ड स्मार्ट हो गए, सिस्टम कदों सिस्टम दे विच जो मैं ਜਿਹੜੀ ਗੱਲ ਤੁਸੀਂ ਵੀ ਕਹੀ, ਦੇਖੋ ਜਿਹੜੀ ਗੱਲ ਤੁਸੀਂ ਕਹੀ ਕਿ ਅਕਾਲੀ ਦਲ ਦੀ ਸਰਕਾਰ ਵੇਲੇ 70000 ਕਾਰਡ ਜਿਹੜੇ ਤੁਸੀਂ ਡੇਟਾ ਦਿੱਤਾ ਹੈ। ਇੱਕ ਮਿੰਟ ਵੈਦ ਸਾਹਿਬ ਮੇਰਾ ਇੱਕ ਸਵਾਲ ਹੈ, ਮੇਰਾ ਇੱਕ ਸਵਾਲ ਵੈਦ ਸਾਹਿਬ ਮੈਂ ਕਹਿ ਰਿਹਾ ਉਹ ਸਿਸਟਮ ਨੂੰ ਅਸੀਂ ਦਰੁਸਤ ਕਰੀਏ। ਜੇ ਅਕਾਲੀ ਦਲ ਦੇ ਤੁਸੀਂ ਕਹਿ ਰਹੇ ਹੋ ਕਿ ਜੀ ਕਾਰਡ ਫਰਜ਼ੀ ਸੀਗੇ ਉਹ ਅਸੀਂ ਕੱਟੇ ਨੇ, ਤੇ ਕੀ ਗਾਰੰਟੀ ਹੈ ਕਿ ਅੱਗੇ ਤੋਂ ਫਰਜ਼ੀ ਨਹੀਂ ਬਣਨਗੇ? ਕੀ ਗਾਰੰਟੀ ਹੈ ਕਿ ਉਹ ਫਰਜ਼ੀ ਸੀਗੇ? ਕੋਈ ਜਾਂਚ ਹੋਈ? ਇੱਕ ਦੂਜਾ ਜਿਹੜੇ ਘੁਟਾਲੇ ਵੰਡ ਨੂੰ ਲੈ ਕੇ ਹੁੰਦੇ ਨੇ ਉਹਨਾਂ ਨੂੰ ਕਿਵੇਂ ਰੋਕਿਆ ਜਾਏਗਾ? ਨਵਨੀਤ ਜੀ ਸੁਣੋ, ਮੈਂ 1 ਮਿੰਟ ਦਾ ਤੁਹਾਨੂੰ ਆਨਸਰ ਦਿੱਤਾ। ਸਰੀਨ ਸਾਹਿਬ ਨੇ ਬਹੁਤ ਵਧੀਆ ਕਿਹਾ ਕਿ ਦੇਖੋ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਜਿਹੜੇ ਤੁਸੀਂ ਸਿਸਟਮ ਦੀ ਗੱਲ ਕਰਦੇ ਹੋ, ਜਿੰਨੀ ਕੁ ਮੇਰੀ ਉਮਰ ਹੈ, ਜਿੰਨੀ ਸਰੀਨ ਸਾਹਿਬ ਦੀ, ਅਰੋੜੀ ਸਾਹਿਬ ਮੇਰੇ ਤੋਂ ਛੋਟੇ ਨੇ, ਕਲੀਅਰ ਵੀਰ ਛੋਟਾ, ਤੁਸੀਂ ਛੋਟੇ ਹੋ, ਆਪਾਂ ਸਾਰੇ ਹੀ ਇਸ ਸਿਸਟਮ ਦਾ ਪਾਰਟ ਹੈ। ਜੋ ਕੋਈ ਜ਼ਮਾਨਾ ਸੀ ਜਦੋਂ ਟੈਲੀਫੋਨ ਅਵੇਲੇਬਲ ਨਹੀਂ ਸੀ ਹੁੰਦਾ, ਅੱਜ ਸਾਡੇ ਕੋਲੇ ਚਾਹੇ ਤੁਸੀਂ 10 ਟੈਲੀਫੋਨ ਲੈ ਲਓ। ਡਿਜੀਟਲਾਈਜੇਸ਼ਨ ਦੇ ਨਾਲ ਬੜੀਆਂ ਚੀਜ਼ਾਂ ਦੇ ਫਰਕ ਆਇਆ। ਇਹ ਡਿਜੀਟਲਾਈਜੇਸ਼ਨ ਦੇ ਨਾਲ ਵੀ ਜਿਹੜੇ ਬਹੁਤ ਇੰਪੋਰਟੈਂਟ ਹੈ ਜਿਹੜੀ ਗੱਲ ਸਰੀਨ ਵਦਵਾ ਸਾਹਿਬ 1 ਮਿੰਟ, ਜਿਹੜੀ ਸਰੀਨ ਸਾਹਿਬ ਨੇ ਗੱਲ ਕਹੀ ਹੈ ਕਿ ਮੋਦੀ ਸਾਹਿਬ ਨੇ ਨਾਰਾ ਦਿੱਤਾ ਆ ਵਨ ਕਾਰਡ ਵਨ ਕੰਟਰੀ ਦਾ, ਬੜੀ ਵਧੀਆ ਗੱਲ ਹੈ, ਵਨ ਨੇਸ਼ਨ ਵਨ ਕਾਰਡ ਦਾ। ਪਰ ਇਹ ਜਿਹੜੀ ਅਸੀਂ ਸਮਾਰਟ ਕਾਰਡ ਵਾਲੀ ਸਕੀਮ ਹੈ, ਇਹ ਮੋਦੀ ਸਾਹਿਬ ਦੇ ਨਾਰੇ ਤੋਂ ਪਹਿਲਾਂ ਦੀ ਸ਼ੁਰੂ ਕੀਤੀ ਹੋਈ ਹੈ। ਸਾਡੇ ਕੋਲੇ ਰਾਸ਼ਨ ਕਾਰਡ ਪ੍ਰਿੰਟ ਹੋ ਕੇ ਹੁਣ ਆਏ ਨੇ। ਮੈਂ ਤੁਹਾਡੀ ਇੱਕ ਗੱਲ ਦਾ ਜਵਾਬ ਦਿੰਦਾ, ਵਦਵਾ ਜੀ, ਚਾਹੇ ਕਿਸੇ ਦੀ ਵੀ ਸਰਕਾਰ ਹੋਵੇ, ਜਿਹੜਾ ਸਿਸਟਮ ਆ ਉਹਨੂੰ ਹਰ ਸਰਕਾਰਾਂ ਨੂੰ ਇੰਪਰੂਵ ਕਰਨਾ ਚਾਹੀਦਾ ਹੈ। ਇਹ ਜਿਹੜੀ ਤੁਸੀਂ ਕਪੜੇਬਾਜ਼ੀ ਦੀ ਗੱਲ ਕਰਦੇ ਹੋ, ਵੰਡ ਦੀ ਗੱਲ ਕਰਦੇ ਹੋ, ਇਹਦੇ ਵਿੱਚ 100% ਇੰਪਰੂਵਮੈਂਟ ਹੋਣੀਆਂ ਚਾਹੀਦੀਆਂ। ਇਹ ਸਮਾਰਟ ਕਾਰਡ ਦੇ ਨਾਲ ਮੈਂ ਬੜੀ ਜ਼ਿੰਮੇਵਾਰੀ ਨਾਲ ਅੱਜ ਇਹ ਗੱਲ ਕਹਿ ਰਿਹਾ ਕਿ ਜਿਹੜਾ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਨੇ ਨਾ, ਜਿਹੜੇ ਥੋੜੇ ਜਿਹੇ ਠੀਕ ਨੇ ਪਰ ਲੱਗਦਾ ਕਿ ਉਹਨਾਂ ਨੂੰ ਲਾਹਾ ਮਿਲਣਾ ਚਾਹੀਦਾ ਹੈ, ਉਹ ਅੱਧੇ ਤੋਂ ਜ਼ਿਆਦਾ ਇਸੇ ਕਰਕੇ ਉਹਨਾਂ ਚੀਜ਼ਾਂ ਦੇ ਵਿੱਚ ਜਾਂਦੇ ਨਹੀਂ ਕਿ ਪਤਾ ਮਿਲਣਾ ਤੇ ਹੈ ਹੀ ਨਹੀਂ। ਇਹ ਬੜਾ ਸਿਸਟਮ ਹੈ, ਮੈਂ ਇਕੱਲਾ ਇਹ ਨਹੀਂ ਕਹੂੰਗਾ 4 ਸਾਲ, ਇਹ ਬਹੁਤ ਪੁਰਾਣਾ ਸਿਸਟਮ ਹੈ। ਨਵਨੀਤ ਜੀ, ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਅਸੀਂ ਲੋਕ ਅੱਜ ਦੇ ਨਹੀਂ, ਸਰੀਨ ਸਾਹਿਬ ਵੀ ਇਸ ਗੱਲ ਦੀ ਗਵਾਹੀ ਭਰਨਗੇ, ਰੋੜੀ ਜੀ ਵੀ ਭਰਨਗੇ। ਜਿਹੜੀ ਇੱਕ ਗੱਲ ਦਾ ਜਵਾਬ ਦੇ ਦਿਆਂ, ਜਿਹੜੀ ਸਰੀਨ ਸਾਹਿਬ ਤੁਸੀਂ ਗੱਲ ਕੀਤੀ ਹੈ ਨਾ ਅਨੋਮਲੀਜ਼ ਦੀ, ਇਹ ਅਨੋਮਲੀ ਦੀ ਜਦੋਂ ਸਿਸਟਮ ਚੱਲਦਾ ਹੈ, ਇਹ ਅਨੋਮਲੀਜ਼ ਆਉਂਦੀਆਂ ਨੇ। ਹਾਲੇ ਤੱਕ ਸਾਡੀ 6 ਸਾਲਾਂ 'ਚ ਸਰਕਾਰ ਸੈਂਟਰ GST ਸਿਸਟਮ ਨਹੀਂ ਠੀਕ ਕਰ ਪਾਈ। ਸੋ ਜਿਹੜੀਆਂ ਤੁਸੀਂ ਸਾਨੂੰ ਸੁਜੈਸ਼ਨ ਦਿਓਗੇ, ਸਿਰ ਮੱਥੇ ਹੈ, ਉਹਨਾਂ ਨੂੰ ਦੂਰ ਕਰਾਵਾਂਗੇ। ਜਿਹੜੀ ਵਦਵਾ ਸਾਹਿਬ ਤੁਸੀਂ ਗੱਲ ਕਹਿੰਦੇ ਹੋ ਕਿ ਇੰਪਰੂਵਮੈਂਟ ਦੀ, ਸੌਰੀ ਪਿੰਡਾਂ ਦੀ ਗੱਲ ਕੀਤੀ, ਬਿਲਕੁਲ ਮੈਂ ਤੁਹਾਡੀ ਇਸ ਗੱਲ ਨਾਲ ਨਮਜੀਤ ਜੀ ਇਸ ਕਰਕੇ ਸਹਿਮਤ ਨਹੀਂ ਕਿ ਸਾਡੇ ਪਿੰਡਾਂ ਦੇ ਲੋਕ ਐਡੇ ਕੋਈ ਕਮਲੇ ਨਹੀਂ ਹੈ। ਸਾਡੇ ਪਿੰਡਾਂ ਦੇ ਲੋਕ ਬੜੇ ਸਮਾਰਟ ਆ, ਉਹਨਾਂ ਨੂੰ ਪਤਾ ਆ। ਨਹੀਂ ਮੈਂ ਤਾਂ ਹੀ ਕਹਿ ਰਿਹਾ, ਸੁਣ ਤਾਂ ਲਓ, ਮੇਰੀ ਰਿਕੁਐਸਟ ਹੈ, ਮੈਂ ਤੁਹਾਨੂੰ ਦੂਜੀ ਗੱਲ ਵੀ ਦੱਸੂਗਾ। ਉਹ ਪਿੰਡਾਂ ਦੇ ਲੋਕਾਂ ਨੂੰ ਪਤਾ ਆ ਕਿ ਰਾਸ਼ਨ ਸਾਨੂੰ ਮਿਲਣਾ, ਲੇਕਿਨ ਇਹ ਗੱਲਾਂ ਬਿਲਕੁਲ ਦਰੁਸਤ ਨੇ। ਹਰ ਸਰਕਾਰ 'ਚ ਹੋਈਆਂ ਨੇ, ਪਿਛਲੀਆਂ ਸਰਕਾਰਾਂ 'ਚ ਵੀ ਹੋਈਆਂ ਨੇ। ਕਿਤੇ ਨਾ ਕਿਤੇ ਕਿਸੇ ਆਫੀਸਰ ਨੇ ਮਿਲ ਕੇ ਜਾਂ ਕਿਸੇ ਸਾਡੇ ਡੈਪੂ ਹੋਲਡਰ ਨੇ ਕੋਈ ਨਾ ਕੋਈ ਗਲਤ ਕੰਮ ਕੀਤਾ, ਉਹਦੀ ਸਜ਼ਾ ਆ, ਉਹਦੀ ਇਨਕੁਆਇਰੀ ਹੁੰਦੀ, ਉਹਦੀ ਸਜ਼ਾ ਮਿਲਦੀ ਹੈ। ਕਦੇ ਆਪਾਂ ਡਿਪੂ ਸਸਪੈਂਡ ਕਰ ਦਿੰਦੇ ਆ, ਕਦੇ ਅਗਲੇ ਤੋਂ ਡਿਪੂ ਖੋਹ ਲੈਂਦੇ ਆ। ਲੇਕਿਨ ਸਮਾਰਟ ਕਾਰਡ ਦੇ ਨਾਲ ਹੁਣ ਜਿਹੜੀ ਚੋਰੀ ਹੁੰਦੀ ਹੈ, ਮੈਂ 100% ਤਾਂ ਦੇਖੋ ਕੋਈ ਵੀ ਨਹੀਂ ਇਸ ਦੁਨੀਆ ਤੇ ਕਹਿ ਸਕਦਾ, 100% ਨਹੀਂ ਤਾਂ 99.9% ਜਿਹੜੀ ਇਹ ਧਾਂਦਲੀ ਹੈ। ਠੀਕ ਹੈ, ਕਲੇਰ ਸਾਹਿਬ ਜਵਾਬ ਦਿਓ। ਕਲੇਰ ਸਾਹਿਬ ਆ ਰਹੇ हैं, मैं सरीन साहब से आ रहे हैं, उसके बाद सरकार बैठी है। कलेर साहब हाँ जी नवनीत जी, हाँ जी, कल मैं बेनती करदे हां वैद साहब, मैं ਜਿਹੜੀ ਇਸ਼ੂ ਮੈਂ ਰੇਜ਼ ਕੀਤਾ ਨਾ, ਉਹ ਇਸ਼ੂ ਇਹ ਹੈਗਾ ਕਿ ਜੋ ਨੀਲੇ ਕਾਰਡ ਤੁਸੀਂ ਕੱਟ ਦਿੱਤੇ, ਉਹ ਇੱਕ ਪਿੰਡ ਦੇ ਵਿੱਚ
ਤੁਸੀਂ ਇੰਨਾ ਪੱਖਪਾਤ ਕੀਤਾ ਹੈਗਾ ਕਿ ਸੇਮ ਪਿੰਡ ਦੇ ਵਿੱਚ ਤੁਸੀਂ 20 ਜਣੇ ਦੇ ਕਾਰਡ ਕੱਟ ਤੇ 20 ਦੇ ਤੁਸੀਂ ਜਾਰੀ ਕਰਤੇ। ਸੋ ਸਾਡਾ ਮੇਨ ਗੱਲ ਹੈਗੀ ਕਿ ਕਿਸ ਇਨਕੁਆਇਰੀ ਦੇ ਤਹਿਤ ਤੁਸੀਂ ਉਹ ਕਾਰਡ ਕੱਟੇ ਨੇ, ਉਹ ਇਨਕੁਆਇਰੀ ਲਿਆਓ। ਹਾਈ ਕੋਰਟ ਦੇ ਵਿੱਚ ਵੀ ਪ੍ਰੀਸਾਈਜ਼ਲੀ ਆਹੀ ਪੁਆਇੰਟ ਹੈ। ਇਹ ਪਿਕ ਐਂਡ ਚੂਜ਼ ਜਿਹੜੀ ਪਾਲਿਸੀ ਚੱਲ ਰਹੀ ਹੈ ਸਰਕਾਰ ਦੀ ਕਿ ਆਪਣੇ ਬੰਦਿਆਂ ਨੂੰ ਤੁਸੀਂ ਰਾਸ਼ਨ ਕਾਰਡ ਵੀ ਦੇ ਰਹੇ ਹੋ, ਜਿਹੜੇ ਪੁਰਾਣੇ ਬਣੇ ਹੋਏ ਤੁਸੀਂ ਕੱਟ ਤੇ, ਉਹ ਸਿਰਫ ਇੱਕ ਪਿਕ ਐਂਡ ਚੂਜ਼ ਤੇ ਪੋਲੀਟੀਕਲ ਵੈਂਡੇਟੇ ਹੈਡ ਕੱਟੇ ਨੇ। ਸੋ ਸਾਡਾ ਪ੍ਰੀਸਾਈਜ਼ ਪੁਆਇੰਟ ਮੇਰੀ ਇਸ ਗੱਲ ਤੇ ਜਵਾਬ ਲੈ ਲਓ ਕਲੇਰ ਸਾਹਿਬ। ਮੈਂ ਲਊਂਗਾ ਜਵਾਬ ਲਊਂਗਾ ਕਲੇਰ ਸਾਹਿਬ ਵੈਦ ਸਾਹਿਬ ਤੁਸੀਂ ਜਵਾਬ ਦੇ ਦਿਓ। ਵੈਦ ਸਾਹਿਬ ਮੈਂ ਅੱਜ ਵੀ ਇਹ ਗੱਲ ਤੇ ਖੜਾ ਕਿ ਹਾਈ ਕੋਰਟ ਦੇ ਵਿੱਚ ਤੁਹਾਡੀ ਸਰਕਾਰ ਦੇ ਐਡੀਸ਼ਨਲ ਐਡਵੋਕੇਟ ਜਨਰਲ ਨੇ ਬਿਆਨ ਦਿੱਤਾ ਕਿ ਅਸੀਂ ਇਹਨੂੰ ਵੈਰੀਫਾਈ ਕਰਾਂਗੇ। ਤੁਸੀਂ ਅੱਜ ਚੈਨਲ ਦੇ ਉੱਤੇ ਬੈਠ ਕੇ ਕੋਈ ਵੀ ਵੈਰੀਫਿਕੇਸ਼ਨ ਰਿਪੋਰਟ ਦਿਖਾ ਦਿਓ ਜਿਹੜੀ ਪੰਜਾਬ ਸਰਕਾਰ ਨੇ ਪਿਛਲੇ 3 ਮਹੀਨੇ ਅੱਛਾ, ਮਤਲਬ ਤੁਹਾਡੇ ਕਹਿਣ ਦਾ ਕਲੇਰ ਸਾਹਿਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜੇ ਸਮਾਰਟ ਰਾਸ਼ਨ ਕਾਰਡ ਬਣ ਰਹੇ ਨੇ ਉਹ ਵੀ ਉਸੇ ਤਰ੍ਹਾਂ ਬਣ ਰਹੇ ਨੇ ਜੋ ਕਿ ਕਿਸੇ ਦਾ ਬਣ ਗਿਆ ਕਿਸੇ ਦਾ ਨਹੀਂ ਬਣਿਆ। ਮੈਂ ਨਵਨੀਤ ਜੀ ਮੇਰਾ ਪ੍ਰੀਸਾਈਜ਼ਲੀ ਕਹਿਣਾ ਹੈਗਾ ਕਿ ਜੋ ਸਰਕਾਰ ਦੀ ਇਹਦੇ ਵਿੱਚ ਪੈਟੀ ਪੋਲਿਟਿਕਸ ਹੈ ਬੜਾ। ਅਗਰ ਇਹ ਕਹਿੰਦੇ ਨੇ ਕਿ ਅਸੀਂ ਸਮਾਰਟ ਰਾਸ਼ਨ ਕਾਰਡ ਲੈ ਕੇ ਆ ਰਹੇ ਹਾਂ, ਇਹਨਾਂ ਦਾ ਵੈਲਕਮ ਹੈ, ਪਰ ਉਹਨੂੰ ਪੋਲੀਟੀਕਲਾਈਜ਼ ਨਾ ਕਰੋ। ਜਿਹੜਾ ਵਾਕਿਆ ਹੀ ਉਹਦੇ ਚ ਬੈਨੀਫਿਸ਼ਰੀ ਉਹਦੇ ਤੱਕ ਉਹਨੂੰ ਪਹੁੰਚਾਓ। ਔਰ ਜੋ ਨੀਲੇ ਕਾਰਡ ਸਰਕਾਰ ਨੇ ਕੱਟੇ ਨੇ ਉਹ ਜੈਨੂਅਨ ਬੰਦੇ ਨੇ, ਉਹਨਾਂ ਬਾਰੇ ਸਰਕਾਰ ਦਾ ਕੀ ਕਹਿਣਾ, ਉਹਨਾਂ ਨੂੰ ਰਾਸ਼ਨ ਕਦੋਂ ਮਿਲੂਗਾ, ਸਰਕਾਰ ਇਹਦੇ ਬਾਰੇ ਵੀ ਦੱਸੇ। ਠੀਕ ਹੈ ਸਰੀਨ ਸਾਹਿਬ ਤੁਸੀਂ ਰੱਖੋ, ਮੈਂ ਵੈਦ ਸਾਹਿਬ ਇਕੱਠੇ ਜਵਾਬ ਲਊਂਗਾ क्योंकि रोड़ी साहब को भी मैं जाना। सरीन साहब ਨਵੀਨ ਜੀ ਮੈਂ ਮਾਫੀ ਚਾਹਨਾ ਵਿੱਚੋਂ ਥੋੜਾ ਲਿੰਕ नहीं you are always welcome करो ਸਿੰਘ ਸਾਹਿਬ। ਵੈਦ ਸਾਹਿਬ ਆਪਾਂ ਸਮਾਰਟ ਕਾਰਡ ਬਣਾਏ ਨੇ, ਅਸੀਂ ਉਹ ਤਾਂ ਪਹਿਲਾਂ ਹੀ ਵੈਲਕਮ ਕਰ ਦਿੱਤਾ, ਲੇਕਿਨ ਸਵਾਲ ਇਹ ਹੈ ਉਹ ਕਿੰਨੇ ਕੁ ਠੀਕ ਬਣਾਏ ਨੇ। ਇਹ ਜਿਹੜੇ ਮੈਂ ਰਿਪੋਰਟਾਂ ਤੁਹਾਨੂੰ ਦਿਖਾਈਆਂ ਨੇ ਨਾ, ਬਿਲਕੁਲ ਠੀਕ ਹੈ, ਬਿਲਕੁਲ ਠੀਕ। ਆਧਾਰ ਬੇਸਡ ਹੁਣ ਤੁਹਾਡਾ ਸਟਾਫ ਜਿਹੜਾ ਡੋਰ ਟੂ ਡੋਰ ਵੈਰੀਫਾਈ ਕਰਕੇ ਆਇਆ ਨਾ, ਇਹ ਉਹਦੇ ਬਾਅਦ ਦਾ ਹਾਲ ਹੈ। ਬਿਲਕੁਲ ਠੀਕ ਜਿਹੜਾ ਤੁਹਾਡਾ ਸਟਾਫ ਡੋਰ ਟੂ ਡੋਰ ਵੈਰੀਫਾਈ ਕਰਕੇ ਆਇਆ ਔਰ ਤੁਹਾਡੇ ਰਿਕਾਰਡ ਦੇ ਵਿੱਚ ਵੈਰੀਫਾਈਡ ਦੀ ਮੋਹਰ ਲੱਗੀ ਹੋਈ ਹੈ, ਉਹਦੇ ਬਾਵਜੂਦ ਆ ਇੰਨੀਆਂ ਗਲੇਰਿੰਗ ਹੈਗੀਆਂ ਨੇ। ਆ ਮੈਂ ਤੁਹਾਨੂੰ ਦੱਸ ਰਿਹਾ, ਬੰਦਾ ਮਰਿਆ ਹੋਇਆ ਹੈ, ਰਾਸ਼ਨ ਅੱਜ ਦੀ ਡੇਟ 'ਚ ਵੀ ਤੁਹਾਡਾ ਆਧਾਰ ਵੈਰੀਫਾਈਡ ਰਾਸ਼ਨ ਜਿਹੜਾ ਹੈਗਾ ਵਾ ਉਹ ਵੰਡਿਆ ਗਿਆ, ਜਿਹੜਾ ਕੇਂਦਰ ਸਰਕਾਰ ਨੇ ਭੇਜਿਆ। ਇਸ ਤਰ੍ਹਾਂ ਦੀਆਂ ਹਜ਼ਾਰਾਂ ਅਨੋਮਲੀਜ਼ ਜਿਹੜੀਆਂ ਹੈਗੀਆਂ ਨੇ ਲੁਧਿਆਣੇ ਵਿੱਚ ਅਸੀਂ ਟ੍ਰੇਸ ਆਊਟ ਕੀਤੀਆਂ। ਨੰਬਰ 2, ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਜਿਹੜੇ ਤੁਸੀਂ ਸਮਾਰਟ ਕਾਰਡ ਬਣਾਏ ਨੇ, ਇਹਦੀ ਵੈਰੀਫਿਕੇਸ਼ਨ ਕਰਨ ਦੇ ਬਾਅਦ ਤੁਸੀਂ ਕਹਿੰਦੇ ਅਸੀਂ ਬਣਾਏ, ਔਰ ਤੁਹਾਡੀ ਵੈਰੀਫਿਕੇਸ਼ਨ ਤੁਹਾਡੇ ਸਾਹਮਣੇ ਮੈਂ ਦਿਖਾਤੀ ਕਿ ਕੀ ਹਾਲ ਹੈ ਤੁਹਾਡੀ ਵੈਰੀਫਿਕੇਸ਼ਨ ਦਾ, ਔਰ ਕਿਸ ਤਰੀਕੇ ਦੇ ਨਾਲ ਤੁਸੀਂ ਰਾਜਨੀਤੀਕਰਨ ਕਰਦੇ ਹੋਏ ਕੁਝ ਲੋਕ ਜੈਨੂਅਨ ਲੋਕਾਂ ਦੇ ਕੱਟ ਵੀ ਦਿੱਤੇ, ਪੋਲੀਟੀਕਲਾਈਜੇਸ਼ਨ ਲੋਕਲ ਲੈਵਲ ਤੇ ਹੁੰਦੀ ਹੋਏ ਦੂਸਰੇ ਉਹ ਕੀਤੀ। ਔਰ ਤੁਸੀਂ ਇੱਥੋਂ ਅੰਦਾਜ਼ਾ ਲਾਓ, ਵੈਸੇ ਸੁਣ ਲਓ ਗੱਲ ਨੂੰ ਮੇਰੀ, ਤੁਸੀਂ ਸਿਆਣੇ ਬੰਦੇ ਹੋ, ਤੁਹਾਨੂੰ ਇਹ ਪਤਾ ਹੈਗਾ ਕਿ ਜਿਹੜਾ ਕੇਂਦਰ ਨੇ ਰਾਸ਼ਨ ਭੇਜਿਆ ਸੀਗਾ, ਜਿਹੜਾ ਜ਼ਿਲ੍ਹੇ ਔਰ ਸਟੇਟ ਦਾ ਜਿਹੜਾ ਭੇਜਣ ਦਾ ਰਾਸ਼ਨ ਦਾ ਕਿੰਨੀ ਵੇਰੀਏਸ਼ਨ ਆਈ ਹੈ, ਉਹ ਕਿੱਥੇ ਗਿਆ ਰਾਸ਼ਨ। ਤੁਸੀਂ ਲੁਧਿਆਣੇ ਦੇ ਰਹਿੰਦੇ ਹੋ, ਆ ਹੁਣੇ ਤੁਹਾਡੇ ਚੰਦਰ ਨਗਰ ਦੇ ਵਿੱਚ ਜਿਹੜਾ ਹੈਗਾ ਇੰਟਰਨੈਸ਼ਨਲ ਸਕੂਲ, ਉੱਥੇ ਬੋਰੀਆਂ ਫੜੀਆਂ ਗਈਆਂ, ਤੁਹਾਡੇ ਐਮਐਲਏਸ ਦੇ ਸਾਥੀਆਂ ਦੇ, ਤੁਹਾਡੇ ਕਾਂਗਰਸ ਦੇ ਕਾਉਂਸਲਰਾਂ ਦੇ ਘਰਾਂ 'ਚ ਅੱਜ ਵੀ ਰਾਸ਼ਨ ਪਿਆ ਕੇਂਦਰ ਸਰਕਾਰ ਦਾ ਭੇਜਿਆ ਹੋਇਆ। ਦੱਸੋ ਕਿਉਂ ਨਹੀਂ ਵੰਡਿਆ ਤੁਸੀਂ? ਮੈਂ ਤੁਹਾਨੂੰ ਜਵਾਬ ਦਿੰਦਾ, ਮੈਂ ਇਹੀ ਕਾਰਨ ਹੈ। ਉਹ ਕਾਰਨ ਕੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਤੁਸੀਂ ਰਾਸ਼ਨ ਜਿਹੜੀ ਵੈਰੀਫਿਕੇਸ਼ਨ ਕਰਕੇ ਬਣਾਈਆਂ ਹੋਈਆਂ ਨੇ, ਉਹ ਰਾਸ਼ਨ ਜਿਹੜਾ ਹੈਗਾ ਬੰਦਾ ਤੇ ਇੱਕ ਸਭ ਫਰਜ਼ੀ ਹੋਏ ਨੇ। ਇੰਸਪੈਕਟਰ ਨੇ ਰਾਸ਼ਨ ਲਿੱਤਾ ਹੋਇਆ, ਸਾਈਨ ਕੀਤੇ ਹੋਏ ਨੇ, ਜੇ ਸਾਈਨ ਕਿਉਂ ਨਹੀਂ ਕਰਾਏ ਜੀ ਜਿਹੜੇ ਤੁਸੀਂ ਉਹ ਸੀਗੇ? ਤੁਹਾਨੂੰ ਮੈਂ ਸਾਹਮਣੇ ਦਿਖਾ ਰਿਹਾ, ਇੱਕ ਚੀਜ਼ ਦਿਖਾ ਰਿਹਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਰਾਸ਼ਨ ਜਿਹੜਾ ਹੈਗਾ ਸਾਈਫਨ ਹੋ ਕੇ ਇਹ ਗੜਬੜਾਂ ਹੋਈਆਂ। ਤੁਹਾਡੇ ਕਾਂਗਰਸੀ ਮੰਤਰੀ, ਤੁਹਾਡੇ ਕਾਂਗਰਸੀ ਐਮਐਲਏ, ਤੁਹਾਡੇ ਕਾਉਂਸਲਰ, ਉਹਨਾਂ ਵਾਸਤੇ ਤਾਂ ਕਰੋਨਾ ਵਰਦਾਨ ਸਾਬਿਤ ਹੋਇਆ। ਦੁਕਾਨਾਂ ਤੇ ਵੰਡਿਆ ਜਾ ਰਿਹਾ, ਵੇਚਿਆ ਜਾ ਰਿਹਾ ਰਾਸ਼ਨ, ਘਰਾਂ ਦੇ ਵਿੱਚ ਰਾਸ਼ਨ ਪਿਆ ਉਹਨਾਂ ਦੇ। ਤੁਸੀਂ ਇਮਾਨਦਾਰੀ ਨਾਲ ਦੱਸਦੇ ਹੋ ਕਿ ਕਿਸੇ ਕਾਉਂਸਲਰ ਦੇ ਘਰ ਦੇ ਵਿੱਚ ਪ੍ਰਧਾਨ ਮੰਤਰੀ ਦਾ ਭੇਜਿਆ ਰਾਸ਼ਨ ਹੋਣਾ ਚਾਹੀਦਾ, ਕਿ ਚੀਫ ਮਿਨਿਸਟਰ ਦਾ ਭੇਜਿਆ ਹੋਇਆ ਰਾਸ਼ਨ ਕਿਸੇ ਕਾਉਂਸਲਰ ਦੇ ਘਰ ਵਿੱਚ ਹੋਣਾ ਚਾਹੀਦਾ, ਉਹਦੇ ਸਕੂਲ 'ਚ ਹੋਣਾ ਚਾਹੀਦਾ। ਇਹ ਇੱਥੋਂ ਦਰਸਾਉਂਦਾ ਹੈ ਕਿ ਕਿੱਡੀ ਵੱਡੀ ਧਾਂਦਲੀ ਤੁਸੀਂ ਇਸ ਕਰੋਨਾ ਦੇ ਵਿੱਚ ਕੀਤੀ ਹੈ, ਗਰੀਬਾਂ ਨਾਲ ਕਿੱਡਾ ਵੱਡਾ ਮਾੜਾ ਕੰਮ ਕੀਤਾ ਹੈਗਾ। ਮੈਂ ਸਮਝਦਾ ਕਿ ਇਸ ਤੋਂ ਮਾੜਾ ਕੰਮ ਕੋਈ ਨਹੀਂ ਹੋ ਸਕਦਾ। ਮੈਂ ਆਨਾ ਦਿੱਤੇ ਰੋੜੀ ਸਾਹਿਬ ਰਾਸ਼ਨ ਨੂੰ ਲੈ ਕੇ ਸਿਆਸਤ ਅੱਜ ਦੀ ਨਹੀਂ ਪੁਰਾਣੀ ਹੈ। ਕਦੇ ਵੰਡਿਆ ਗਿਆ, ਕਦੇ ਕਾਟ ਕੱਟ ਦਿੱਤਾ ਗਿਆ, ਕਦੇ ਕੁਝ ਕਦੇ ਕਪਲਾ। ਤੁਹਾਨੂੰ ਲੱਗਦਾ ਨਹੀਂ ਕਿ ਸਾਰੇ ਸਿਸਟਮ ਤੇ ਝਾੜੂ ਫੇਰ ਕੇ ਔਰ ਨਵੇਂ ਸਿਰੇ ਤੋਂ, ਚਲੋ ਝਾੜੂ ਮੈਂ ਕਹੇਗਾ ਤਾਂ ਕੋਈ ਤੁਹਾਡਾ ਚੋਣ ਨਿਸ਼ਾਨ ਵੀ ਹੈ, ਸੋ ਨਵਨੀਤ ਕੋਈ ਗੱਲ ਨਹੀਂ, ਸਲਿਪ ਆਫ ਟੰਗ ਹੁੰਦੀ ਹੈ, ਕੋਈ ਮਤਲਬ ਸਾਰੇ ਸਿਸਟਮ ਨੂੰ ਸਾਫ਼ ਕਰਨ ਦੀ ਲੋੜ ਹੈ। ਰੋੜੀ ਨੂੰ ਬੋਨਸ ਮਿਲ ਗਿਆ। ਹਾਂ ਰੋੜੀ ਸਾਹਿਬ
ਪਤਾ ਜੀ ਕੀ ਕਿਹਾ ਤੁਸੀਂ ਦੱਸਿਓ, ਮੈਂ ਥੋੜਾ ਚੰਗੀ ਤਰ੍ਹਾਂ ਤੁਹਾਨੂੰ ਸਮਝ ਤੇ ਸਭ ਆ ਗਿਆ। ਮੈਂ ਕਹਿਣਾ ਚਾਹ ਰਿਹਾ ਕਿ ਸਿਸਟਮ ਕਿਉਂ ਨਹੀਂ ਦੁਰਸਤ ਹੋ ਰਿਹਾ। ਚੰਗਾ ਹੀ ਆ। ਅਸਲ ਦੇ ਵਿੱਚ ਬਦਵਾ ਸਾਹਿਬ, ਤੁਸੀਂ ਇਹਨਾਂ ਤਿੰਨਾਂ ਪਾਰਟੀਆਂ ਨੂੰ ਸੁਣ ਲਿਆ, ਮੈਂ ਵੀ ਬੜੇ ਧਿਆਨ ਨਾਲ ਸੁਣ ਰਿਹਾ ਜੀ। ਹਾਂ, ਕੰਮ ਇੱਕੋ ਹੀ ਆ। ਕੀ ਕੰਮ ਆ? ਉਹ ਪਾਰਟੀ ਆਂਦੀ ਉਹਨਾਂ ਦੇ ਕਾਰਡ ਕੱਟ ਦਿੰਦੀ, ਦੂਜੀ ਪਾਰਟੀ ਆਂਦੀ ਉਹਨਾਂ ਦੇ ਕਾਰਡ ਕੱਟ ਦਿੰਦੀ ਹੈ। ਬਸ ਇਹ ਆ ਕਿ ਉਹ ਉਹਨਾਂ ਦਾ ਸਰਪੰਚ ਕਹਿੰਦਾ ਕਿ ਮੈਂ ਉਹਨਾਂ ਦੇ ਦਾਣੇ ਵਾਲੇ ਕਾਰਡ ਕੱਟ ਦੇਣੇ, ਉਹ ਕਹਿੰਦੇ ਮੈਂ ਉਹਨਾਂ ਦੇ ਬਣਾ ਦੇਣੇ ਆ। ਪਿੰਡਾਂ ਦੇ ਲੋਕਾਂ ਨੂੰ, ਭਾਵੇਂ ਸ਼ਹਿਰ ਦੇ ਲੋਕ ਆ, ਗਲੀ ਨਾਲੀ ਦਾਣਿਆਂ ਵਾਲੇ ਕਾਰਡ, ਬਸ ਇੱਥੇ ਕਿ ਸਾਡੀਆਂ ਸਰਕਾਰਾਂ ਨੇ ਜਿਹੜਾ ਆ ਉਹ ਉਲਝਾ ਕੇ ਰੱਖਿਆ ਹੋਇਆ, ਜੋ ਕਿ ਸੱਚ ਹੈ। ਔਰ ਪੰਜਾਬ ਦੇ ਲੋਕਾਂ ਨੂੰ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਇਹਨਾਂ ਦੋਨਾਂ ਤਿੰਨਾਂ ਪਾਰਟੀਆਂ ਨੂੰ ਅਸੀਂ ਬੜੇ ਟਾਈਮ ਤੋਂ ਦੇਖ ਲਿਆ, 70-72 ਸਾਲ ਤੋਂ, ਕਿਰਪਾ ਕਰਕੇ ਇੱਕ ਵਾਰ ਜਿਹੜਾ ਆ ਉਹ ਝਾੜੂ ਚੱਕ ਕੇ ਦੇਖ ਲਈਏ, ਝਾੜੂ ਮਾਰ ਲਈਏ, ਕਿਉਂਕਿ ਸਫਾਈ ਜਿਹੜੀ ਝਾੜੂ ਨਾਲੇ ਹੋਊ। ਕਿੰਨਾ ਕੁ ਟਾਈਮ ਅਸੀਂ ਮਿਹਨਤਾਂ ਕਰੀ ਜਾਵਾਂਗੇ ਆਪਣੇ MC ਦੀਆਂ, ਸਰਪੰਚ ਦੀਆਂ, MLA ਦੀਆਂ, ਮੰਤਰੀ ਦੀਆਂ, ਕਿਸੇ ਅਫਸਰ ਦੀਆਂ, ਕਿ ਮੇਰਾ ਦਾਣੇ ਵਾਲਾ ਕਾਰਡ ਬਣਾ ਦਿਓ। ਕਿਉਂ ਨਾ ਅਸੀਂ ਦਾਣੇ ਕਮਾਉਣ ਜੋਗੇ ਹੋ ਜਾਈਏ? ਕਿਉਂ ਨਾ ਅਸੀਂ ਪੰਜਾਬ ਦੇ ਜਿਹੜੇ ਲੋਕ ਆ ਸਵਾਭਿਮਾਨ ਦੀ ਜ਼ਿੰਦਗੀ ਆਪਣੀ ਮਾਣ ਦੇ ਨਾਲ ਮਹਿਸੂਸ ਕਰੀਏ ਕਿ ਅਸੀਂ ਭਾਈ ਆਪਣਾ ਮੋਬਾਈਲ ਵੀ ਆਪੇ ਖਰੀਦ ਲੈਣਾ, ਆਪਣੇ 4 ਬੋਰੀਆਂ ਦਾਣਿਆਂ ਦੀ ਵੀ ਆਪੇ ਖਰੀਦ ਲੈਣੀਆਂ। ਸਾਡਾ ਜਿਹੜਾ ਬੱਚਾ ਆ ਉਹ ਨਸ਼ੇ ਤੋਂ ਰਹਿਤ ਰਹਿ ਕੇ ਨੌਕਰੀ ਲੱਗ ਜਾਵੇ, ਰੋਜ਼ਗਾਰ ਲੱਗ ਜਾਵੇ। ਕਿਉਂਕਿ ਅੱਜ ਤੱਕ ਤੁਸੀਂ ਦੇਖ ਲਓ ਕਿ ਸਿਸਟਮ ਸਰੀਨ ਸਾਹਿਬ ਵੀ ਦਿਖਾ ਰਹੇ ਆ ਕਿ ਜਿਹੜੇ ਬੰਦੇ ਮਰ ਗਏ ਉਹਨਾਂ ਦੇ ਕਾਰਡ ਬਣ ਗਏ ਤੇ ਕੋਈ ਜੀਂਦਿਆਂ ਦੇ ਬਣ ਨਹੀਂ ਰਹੇ। ਹਾਲਾਤ ਕੀ ਆ, ਸਿਸਟਮ ਕੀ ਆ? ਅਸੀਂ ਕਦੇ ਖੰਡ ਡੀਕਦੇ ਆ, ਕਦੇ ਘਿਓ ਡੀਕਦੇ ਆ, ਕਦੇ ਦਾਣੇ ਡੀਕਦੇ ਆ। ਇਹ ਤਾਂ ਸਾਰੇ ਜਿਹੜੇ ਆ ਸਾਡੇ ਬਜ਼ੁਰਗ ਜਿਹੜੇ ਆ ਉਵੇਂ ਇੰਨਾ ਕੁ ਲੰਗਰ ਲਾ ਦਿੰਦੇ ਪੰਜਾਬ ਦੇ ਲੋਕ। ਤਾਂ ਤੁਹਾਨੂੰ ਪਤਾ ਕਿ ਅੱਜ ਵੀ ਕਿਤੇ ਵੀ ਪੰਜਾਬ ਦੇ ਵਿੱਚ ਹੜ੍ਹ ਆ ਜਾਣ, ਰੱਬ ਨਾ ਕਰੇ ਕੋਈ ਉਦਾਂ ਹੀ ਤਰਾਸਦੀ ਹੋਵੇ, ਕਰੋਨਾ ਵੀ ਸੀਗਾ, ਸਮਾਜ ਸੇਵੀ ਸੰਸਥਾਵਾਂ ਨੇ, ਧਾਰਮਿਕ ਸੰਸਥਾਵਾਂ ਨੇ, ਰਾਜਨੀਤਿਕ ਲੋਕਾਂ ਤੋਂ ਛੱਡ ਕੇ ਕਿੱਦਾਂ ਲੋਕ ਪੰਜਾਬ ਦੇ ਲੋਕਾਂ ਦੀ ਬਾਹ ਫੜੀ ਆ। ਇਹ ਦਾਣੇ ਦੂਣੇ ਬਹੁਤ ਛੋਟੀ ਗੱਲ ਆ, ਲੋਕਾਂ ਨੂੰ ਰੁਜ਼ਗਾਰ ਚਾਹੀਦਾ ਆ। ਔਰ ਜਿਨ੍ਹਾਂ ਨੂੰ ਇਹ ਲਾਭਪਾਤਰੀ ਹੈਗੇ ਨੇ, ਕਿਰਪਾ ਕਰਕੇ ਸਰਕਾਰ ਦੇ ਚਰਨਾਂ 'ਚ ਬੇਨਤੀ ਆ ਕਿ ਉਹਨਾਂ ਦੇ ਜਿਹੜੇ ਯੋਗ ਬੰਦੇ ਆ ਉਹਨਾਂ ਦੇ ਬਣਾਏ ਜਾਣ। ਕਿਉਂਕਿ ਉਹ ਸਵੇਰ ਸ਼ਾਮ ਵਿਚਾਰੇ ਜਿਨ੍ਹਾਂ ਨੂੰ ਲੋੜ ਆ, ਉਹ ਤਾਂ ਸਾਈਕਲ ਤੇ ਲੈ ਕੇ ਖੜਾ ਰਹਿੰਦਾ ਉੱਥੇ, ਆਪਣਾ ਲੈ ਕੇ ਕਿ ਮੈਂ ਆਪਣੇ ਸਾਈਕਲ ਤੇ ਜਿਹੜਾ ਦਾਣੇ ਵਾਲਾ ਥੈਲਾ ਆ ਉਹ ਰੱਖ ਕੇ ਲੈ ਕੇ ਜਾਣਾ। ਪਰ ਹੁੰਦਾ ਕੀ ਆ ਕਿ ਬੁਲਟ ਮੋਟਰਸਾਈਕਲ ਵਾਲਾ, ਹੋਰ ਟਰੈਕਟਰ ਵਾਲਾ, ਆਪਣੇ ਆਲਟੋ ਗੱਡੀ ਵਾਲਾ, ਉਹ 4 ਕਿੱਟੇ ਦਾਣਿਆਂ ਦੇ ਲੈਂਦਾ ਤੇ ਆਪਣੀ ਗੱਡੀ 'ਚ ਰੱਖ ਕੇ ਘਰ ਨੂੰ ਚਲ ਜਾਂਦਾ ਮੋਟਰਸਾਈਕਲ ਤੇ। ਤੇ ਜਿਹੜਾ ਸਾਈਕਲ ਤੇ ਬੰਦਾ ਆਇਆ ਹੁੰਦਾ ਉਹਨੂੰ ਕਹਿੰਦੇ ਤੇਰਾ ਕਾਰਡ ਕੱਟ ਹੋ ਗਿਆ ਆ। ਇਹ ਪੰਜਾਬ ਦੇ ਪਿੰਡਾਂ ਦੀ ਅਸਲ ਤਸਵੀਰ। ਵੈਦ ਸਾਹਿਬ, ਵਦਵਾ ਜੀ, ਵਦਵਾ ਜੀ, ਵਦਵਾ ਜੀ, ਵੈਦ ਸਾਹਿਬ ਰੱਖੋ ਆਪਣੀ ਗੱਲ, ਸਾਰੇ ਸਵਾਲਾਂ ਦੇ ਜਵਾਬ ਦਿਓ। ਜਿਹੜੀ ਸਰੀਨ ਸਾਹਿਬ ਨੇ ਗੱਲ ਕੀਤੀ ਆ ਨਾ, ਸਰੀਨ ਸਾਹਿਬ ਤੁਸੀਂ ਜਿਹੜੇ ਕਾਗਜ਼ ਵਿਖਾਏ ਆ, ਮੈਂ ਤੁਹਾਨੂੰ ਤੁਹਾਡੇ ਇਸ ਕਿਸੇ ਵੀ ਜਿਹੜੀ ਤੁਸੀਂ ਇਹ ਕੁਐਸਚਨ ਰੇਜ਼ ਕੀਤਾ ਇਹਦੇ ਉੱਤੇ ਮੈਂ ਕੁਐਸਚਨ ਨਹੀਂ ਰੇਜ਼ ਕਰਦਾ। ਤੁਸੀਂ ਬਿਲਕੁਲ ਠੀਕ ਕਹਿੰਦੇ ਹੋਵੋਗੇ, ਤੁਸੀਂ ਬਹੁਤ ਸਾਡੇ ਆਨਰੇਬਲ ਤੇ ਪੜ੍ਹੇ ਲਿਖੇ, ਤੁਸੀਂ ਸਾਡੇ ਮੈਂਬਰ ਸਰਵਿਸ ਕਮਿਸ਼ਨ ਵੀ ਰਹੇ ਹੋ। ਕੋਈ ਵੀ ਸਕੀਮ ਸਟਾਰਟ ਹੁੰਦੀ ਹੈ ਨਾ, ਉਹਦੇ ਵਿੱਚ ਕੋਈ ਨਾ ਕੋਈ ਅਨੋਮਲੀ ਆਉਂਦੀ ਹੈ। ਲੇਕਿਨ ਮੈਂ ਜਿਹੜੀ ਤੁਸੀਂ ਆਹ ਚੀਜ਼ ਕਹਿ ਰਹੇ ਹੋ, ਅਸੀਂ ਸਮਾਰਟ ਕਾਰਡ ਅੱਜ ਇਸ਼ੂ ਕੀਤੇ ਆ। ਮੇਰੀ ਤੁਹਾਨੂੰ ਇੱਕ ਬੇਨਤੀ ਹੈ, ਇਹ ਜਿਹੜੇ ਬੰਦਿਆਂ ਦਾ ਤੁਸੀਂ ਇਹਦੇ ਉੱਤੇ ਮੈਨੂੰ ਪੇਪਰ ਵਿਖਾ ਰਹੇ ਹੋ, ਇਹ ਜਦੋਂ ਇਹਨਾਂ ਬੰਦਿਆਂ ਦੇ ਕੋਲੇ, ਇਹ ਪਰਿਵਾਰਾਂ ਕੋਲੇ ਸਮਾਰਟ ਕਾਰਡ ਆ ਜਾਣਗੇ, ਉਹ ਸਵੈਪ ਕਰਕੇ ਵੇਖਿਓ ਬਈ ਇਹ ਜਿਹੜੇ ਵਾਕਿਆ ਹੀ ਇਹ ਅਨੋਮਲੀ ਹੁਣ ਰਹੀ ਹੈ। ਇਹ ਪਹਿਲਾਂ ਸੀ ਅਨੋਮਲੀ, ਇਹਦੇ 'ਚ ਕੋਈ ਦੋ ਰਾਮਾ ਨਹੀਂ। ਲੇਕਿਨ ਸਮਾਰਟ ਕਾਰਡ ਇਹ ਜਿਹੜੀ ਹੈਗੀ ਹੈ, ਇਹ 2 ਮਹੀਨੇ ਪਹਿਲਾਂ ਦੀ ਰਿਪੋਰਟ ਹੈ ਜੀ। ਮੈਨੂੰ ਪਤਾ ਜੀ, ਮੈਨੂੰ ਪਤਾ। ਸਮਾਰਟ ਕਾਰਡ ਜਿਹੜਾ ਬਣਿਆ ਹੈ ਉਹਦੇ ਜਿਹੜੇ ਮਾਂ ਦੀ ਐਂਟਰੀ ਹੋਏਗੀ ਇਸੇ ਬੇਸ ਤੇ ਹੋਏਗੀ। ਮੈਂ ਦੱਸਦਾ ਸਿੰਘ ਸਾਹਿਬ, ਤੁਹਾਡੀ ਇਸ ਗੱਲ ਨੂੰ ਮੈਂ ਗਲਤ ਨਹੀਂ ਕਹਿ ਰਿਹਾ, ਬਟ ਅੱਜ ਸਮਾਰਟ ਕਾਰਡ ਇਸ਼ੂ ਹੋਏ ਆ। ਮੇਰਾ ਖਿਆਲ ਹੈ ਨੈਕਸਟ ਵੀਕ ਵਿੱਚ ਕੱਲੇ ਘਰ ਦੇ ਵਿੱਚ ਇਹ ਸਮਾਰਟ ਕਾਰਡ ਚਲੇ ਜਾਣਗੇ। ਇਹ ਸਰੀਨ ਸਾਹਿਬ ਅਨੋਮਲੀਜ਼ ਇਸੇ ਤਰ੍ਹਾਂ ਹੀ ਹੁੰਦੀਆਂ ਨੇ। GST ਕਾਂਗਰਸ ਸਰਕਾਰ ਨੇ ਸ਼ੁਰੂ ਕੀਤਾ ਸੀ, ਡਾਕਟਰ ਮਨਮੋਹਨ ਸਿੰਘ ਜੀ ਨੇ। ਤੁਸੀਂ ਦੇਖੋ BJP ਸਰਕਾਰ ਨੇ ਆ ਕੇ ਇਹਨੂੰ ਲਾਗੂ ਕੀਤਾ, ਇੰਨੇ ਹੈਫਜ਼ਡ ਵੇ ਲਾਗੂ ਕੀਤਾ। ਅੱਜ ਵੀ ਆਪਾਂ GST ਦੇ ਪੱਟੇ ਹੋਏ ਆ। ਇਹ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ। ਸਰਕਾਰ ਨੇ ਕਾਉਂਸਲ ਬਣਾਈ ਹੈ, ਹੌਲੀ ਹੌਲੀ ਦਰੁਸਤ ਹੋ ਜਾਏਗਾ। GST ਇਜ਼ ਵੈਰੀ ਗੁੱਡ ਫॉर ਇੰਡੀਆ, ਬਹੁਤ ਅੱਛੀ ਚੀਜ਼ ਹੈ। ਮੈਂ ਇਹਦੇ ਤੇ ਆਰਟੀਕਲ ਲਿਖਿਆ ਸੀ ਅੱਜ ਤੋਂ 8-9 ਸਾਲ ਪਹਿਲਾਂ, ਉਹ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਸੀ। ਬਹੁਤ ਵਧੀਆ ਚੀਜ਼ ਹੈ। ਜਿਹੜੀਆਂ ਤੁਹਾਡੀਆਂ ਅਨੋਮਲੀ, ਜਿੱਦਾਂ ਰੋੜੀ ਸਾਹਿਬ ਨੇ ਕਿਹਾ ਆ, ਮੇਰੇ ਛੋਟੇ ਵੀਰ ਕਲੀਅਰ ਨੇ ਕਿਹਾ, ਤੁਸੀਂ ਕਿਹਾ, ਇਹ ਅਨੋਮਲੀਜ਼ ਹਮੇਸ਼ਾ ਹੀ ਹੁੰਦੀਆਂ ਨੇ। ਜਦੋਂ ਸ਼੍ਰੋਮਣੀ ਅਕਾਲੀ ਦਲ ਵੇਲੇ ਹੈਲਥ ਕਾਰਡ ਬਣਾਏ ਗਏ ਸੀ, ਉਹਦੇ ਵਿੱਚ ਵੀ ਸਾਨੂੰ ਬਹੁਤ ਵੱਡੀਆਂ ਪ੍ਰੋਬਲਮਸ ਆਈਆਂ ਸੀਗੀਆਂ। ਅਸੀਂ ਉਹਨਾਂ ਨੂੰ ਸਾਰੇ ਜਿੰਨੇ ਵੀ ਆਫੀਸਰ ਕੰਸਰਨਡ ਸੀ, ਅਸੀਂ ਕਮੇਟੀਆਂ ਬਣਾਈਆਂ ਸੀ, ਅਸੀਂ ਉਹਨਾਂ ਦੀ ਕਰੈਕਸ਼ਨ ਕਰਦੇ ਸੀ। ਇਹ ਰਹਿੰਦੀ ਹੈ ਅਨੋਮਲੀ। ਜਿੱਥੋਂ ਤੱਕ ਤੁਸੀਂ ਗੱਲ ਕਰਦੇ ਹੋ
ਮੈਂ ਇੱਕ ਤੁਹਾਡੀ ਗੱਲ ਦਾ ਮੈਨੂੰ ਅਫਸੋਸ ਹੈ ਜਿਹੜੀ ਤੁਸੀਂ ਇਹ ਗੱਲ ਉਹਨੇ ਕਰਕੇ ਹਟੇ ਹੋ ਕਿ ਮਿਨਿਸਟਰਾਂ ਦੇ ਘਰੇ ਰਾਸ਼ਨ ਪਿਆ ਹੈ, ਉਹਦੇ ਐਮਐਲਏਆਂ ਦੇ ਘਰੇ ਰਾਸ਼ਨ ਪਿਆ ਹੈ, ਕਾਉਂਸਲਰਾਂ ਦੇ ਘਰੇ ਰਾਸ਼ਨ ਪਿਆ ਹੈ। ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ ਟੀਵੀ ਤੇ ਬੜੀ ਅਥੈਂਟਿਸਿਟੀ ਨਾਲ ਕਹਿਣਾ ਕਿ ਪੰਜਾਬ ਦੇ ਵਿੱਚ ਜਿਹੜਾ ਸੈਂਟਰ ਦਾ ਰਾਸ਼ਨ ਆਇਆ ਉਹ ਡਿਪੂ ਹੋਲਡਰਾਂ ਦੇ ਥਰੂ ਵੰਡਿਆ ਗਿਆ। ਉਹ ਕਿਸੇ ਐਮਐਲਏ ਦੇ, ਕਿਸੇ ਕਾਂਗਰਸੀ, ਕਿਸੇ ਅਕਾਲੀ ਦਲ ਦੇ ਕਿਸੇ ਦੇ ਘਰੇ ਨਹੀਂ ਆਇਆ। ਜਿਹੜਾ ਪੰਜਾਬ ਸਰਕਾਰ ਨੇ ਕਿਟਸ ਦਿੱਤੀਆਂ ਨੇ ਉਹ ਸਾਡੇ ਕੋਲੇ ਆਈਆਂ, ਅਸੀਂ ਆਪਣੇ ਕੋਲੇ ਸਟੋਰ ਕਰਕੇ ਉਹ ਅੱਗੇ ਵੰਡੀਆਂ। ਮੈਂ ਚੈਲੰਜ ਕਰਦਾ ਸਰੀਨ ਸਾਹਿਬ ਸਾਰੇ ਪੋਲੀਟੀਕਲ ਪਾਰਟੀਆਂ ਨੂੰ, ਮੈਂ ਚਲੋ ਇਹ ਕਹਿਣ ਦੇ ਵਿੱਚ ਵੀ ਮੈਨੂੰ ਕੋਈ ਹਰਜ ਨਹੀਂ ਕਿ ਉਹ ਰਾਸ਼ਨ ਪ੍ਰੋਪਰ ਵੰਡਿਆ ਗਿਆ। ਦੂਜੀ ਬਹੁਤ ਇੰਪੋਰਟੈਂਟ ਗੱਲ, ਕੈਪਟਨ ਅਮਰਿੰਦਰ ਸਿੰਘ ਨੇ ਜਿੱਦਣ ਸਾਡੇ ਜ਼ਿਮੀਂਦਾਰ ਭਰਾਵਾਂ ਦਾ ਕਰਜ਼ਾ ਮਾਫ ਕੀਤਾ ਸੀ, ਮੈਂ ਉਸ ਚੀਜ਼ ਦਾ ਗਵਾਹ ਹਾਂ। ਉਸ ਮੀਟਿੰਗ 'ਚ ਮੈਂ ਹਾਜ਼ਰ ਸੀ। ਕੈਪਟਨ ਅਮਰਿੰਦਰ ਸਿੰਘ ਦੇ ਵਰਡਸ ਨੇ, ਇਹ ਸੁਣ ਲਿਓ ਮੇਰੇ ਵੀਰ, ਤੁਸੀਂ ਬੜੇ ਸਿਆਣੇ ਹੋ। ਕੈਪਟਨ ਅਮਰਿੰਦਰ ਸਿੰਘ ਨੇ ਇਨਸਟਰਕਸ਼ਨ ਦਿੱਤੀਆਂ ਸੀ ਸਾਰਿਆਂ ਨੂੰ ਕਿ ਕੋਈ ਪੱਖਪਾਤ ਨਹੀਂ ਹੋਣਾ ਚਾਹੀਦਾ। ਐਂਡ ਉਸ ਜਿਹੜਾ ਜ਼ਿਮੀਂਦਾਰ ਵੀਰਾਂ ਨੂੰ 4700 ਕਰੋੜ ਦਾ ਕਰਜ਼ਾ ਵੰਡਿਆ ਗਿਆ, ਉਹ ਲਿਸਟਾਂ ਕਢਾ ਕੇ ਵੇਖ ਲਓ ਕਿ ਉਹਦੇ ਵਿੱਚ ਇਕੱਲਾ ਕਾਂਗਰਸ ਨੂੰ ਵੰਡਿਆ ਗਿਆ ਜਾਂ ਅਕਾਲੀ ਦਲ ਨੂੰ ਵੰਡਿਆ ਗਿਆ ਜਾਂ ਆਪਣੇ ਆਮ ਆਦਮੀ ਪਾਰਟੀ ਨੂੰ ਵੰਡਿਆ ਗਿਆ ਜਾਂ ਸੀਪੀਆਈ, ਸਾਰਿਆਂ ਨੂੰ ਵੰਡਿਆ ਗਿਆ irrespective of any caste, creed and ਜਾਤ ਪਾਤ and political party। ਸੇਮ ਸਰੀਨ ਸਾਹਿਬ ਤੁਸੀਂ ਵੀ ਗਵਾਹ ਹੋ, ਰੋੜੀ ਜੀ ਵੀ ਗਵਾਹ ਨੇ, ਕਲੇਰ ਸਾਹਿਬ ਵੀ ਗਵਾਹ। ਜਿਹੜੇ ਪਿੰਡਾਂ 'ਚ ਆਪਣੇ ਰਾਸ਼ਨ ਵੰਡਿਆ ਜਾਂਦਾ ਹੈ ਉਹ ਸਾਰਿਆਂ ਨੂੰ ਹੀ ਵੰਡਿਆ ਜਾਂਦਾ ਹੈ। ਜਿਹੜੇ ਮੇਰਾ ਕਲੇਰ ਵੀਰ ਕਹਿੰਦਾ ਰਾਸ਼ਨ ਕਾਰਡ ਕੱਟੇ ਗਏ, ਹਾਈ ਕੋਰਟ ਦਾ ਮਸਲਾ ਜਿਹੜਾ ਰਾਸ਼ਨ ਕਾਰਡ ਕੱਟਿਆਂ ਦਾ ਸੀ, ਉੱਥੇ ਬਿਲਕੁਲ ਐਡੀਸ਼ਨਲ ਐਡਵੋਕੇਟ ਜਨਰਲ ਨੇ ਜੋ ਕਿਹਾ ਸੀ ਉਹ ਗਲਤ ਨਹੀਂ ਸੀ ਕਿਹਾ, ਕਿਉਂਕਿ ਤੁਸੀਂ ਇੱਕ ਸਵਾਲ ਰੇਜ਼ ਕੀਤਾ ਸੀਗਾ। ਜਿਹੜੀ ਤੁਸੀਂ ਇਨਕੁਆਇਰੀ ਦੀ ਗੱਲ ਕਰ ਰਹੇ ਹੋ, 70,000 ਕਾਰਡ ਤੁਹਾਡੀ ਸਰਕਾਰ ਨੇ ਗਲਤ ਬਣਾਏ ਸੀ, ਜਿਹਦਾ ਬੈਨੀਫਿਟ ਆਪਣਾ ਪੈਨਸ਼ਨ ਦੇ ਵਿੱਚ ਵੀ ਤੇ ਇਹਦੇ ਵਿੱਚ ਵੀ ਉਹ 160 ਕਰੋੜ ਦਾ ਜਿਹੜਾ ਘਪਲਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਉਹ ਕੀਤਾ ਆ। ਇਹਦੇ 'ਚ ਵਿਧਵਾ ਪੈਨਸ਼ਨਾਂ 'ਚ ਇਹ ਡਾਟਾ ਕਢਾ ਕੇ ਦੇਖ ਲਿਓ, ਜਤਿੰਦਰ ਪੰਨੂ ਦੀ ਸਟੇਟਮੈਂਟ, ਉਹਨੇ ਬਕਾਇਦਾ ਆਰਟੀਆਈ ਸਾਰੀ ਇਨਫੋਰਮੇਸ਼ਨ ਲੈ ਕੇ ਦਿੱਤੀ ਹੈ। ਕੱਲੀ ਬਠਿੰਡਾ ਪਾਰਲੀਮੈਂਟ ਕੌਂਸਟੀਚੁਐਂਸੀ ਦੇ ਵਿੱਚ 24,000 ਇਹੋ ਜਿਹੇ ਪਰਿਵਾਰਾਂ ਨੂੰ ਪੈਨਸ਼ਨ ਲਾਤੀ, ਇਹੋ ਜਿਹੇ ਪਰਿਵਾਰਾਂ ਨੂੰ ਪੈਨਸ਼ਨ ਲਾਤੀ ਜਿਨ੍ਹਾਂ ਦੇ ਘਰੇ ਕੰਬਾਈਨਾਂ ਖੜੀਆਂ ਨੇ। ਮੈਂ ਇਹ ਗੱਲ ਤਾਂ ਤੁਹਾਨੂੰ ਦੱਸਣੀ ਚਾਹਨਾ ਕਿ ਇਹੋ ਜਿਹਾ ਜਿਹੜਾ ਸਿਸਟਮ ਤੁਹਾਡੀ ਗੱਲ ਦਾ ਜਵਾਬ ਲੈ ਲੈਣਾ। ਕਲੇਰ ਸਾਹਿਬ ਜਵਾਬ ਦਿਓ। ਜਿਹੜਾ ਸਮਾਰਟ ਕਾਰਡ ਬਣਿਆ ਹੈ ਬਹੁਤ ਵਧੀਆ। ਸਰੀਨ ਸਾਹਿਬ 1 ਮਿੰਟ ਆ ਰਿਹਾ। ਕਲੇਰ ਸਾਹਿਬ ਮਸਲਾ ਗੰਭੀਰ ਹੈ, ਜਵਾਬ ਦਿਓ। ਇਲਜ਼ਾਮ ਵੀ ਗੰਭੀਰ ਹੈ। ਨਵਨੀਤ ਜੀ, ਮੈਂ ਵੈਦ ਸਾਹਿਬ ਬੜੇ ਸੂਝਵਾਨ ਨੇ। ਵੈਦ ਸਾਹਿਬ ਨੇ ਸਾਰਾ ਸਿਸਟਮ ਦੇਖਿਆ। 70,000 ਅਗਰ ਜਾਲੀ ਕਾਰਡ ਬਣਿਆ ਤਾਂ ਇਹ ਦੱਸਣ ਨਾ। ਇੱਕ ਕਨਸਟੀਟੂਐਂਸੀ ਦੇ ਵਿੱਚ ਇਹਨਾਂ ਨੇ 70,000 ਦੀ ਗੱਲ ਕਰਦੇ। ਮੈਂ ਕਹਿੰਦਾ ਮੈਂ ਇੱਕ ਕਨਸਟੀਟੂਐਂਸੀ ਵੈਦ ਸਾਹਿਬ ਮੇਰੀ ਮੈਂ ਵੈਦ ਸਾਹਿਬ ਤੁਹਾਨੂੰ ਚੈਨਲ ਦੇ ਉੱਤੇ ਬੇਨਤੀ ਕਰਦਾ ਜੀ, ਤੁਸੀਂ ਪਬਲਿਕ ਵੈਦ ਸਾਹਿਬ ਤੁਸੀਂ ਐਕਸ਼ਨ ਲਓ। ਜਿਹੜੇ ਅਫਸਰਾਂ ਨੇ, ਜਿਹੜੇ ਲੀਡਰਾਂ ਦੀ ਮਿਲੀ ਭੁਗਤ ਨਾਲ ਅਗਰ ਕੋਈ ਕੰਮ ਹੋਇਆ ਤੁਸੀਂ ਲੋਕਾਂ ਦੇ ਸਾਹਮਣੇ ਰੱਖੋ। ਸਾਡੀ ਗੱਲ ਇਹ ਹੈਗੀ ਹੈ ਕਿ ਤੁਸੀਂ ਇੱਕ ਕਨਸਟੀਟੂਐਂਸੀ ਦੇ ਵਿੱਚ 4,000 ਕਾਰਡ ਕੱਟ ਦਿੱਤਾ ਇੱਕ ਐਮਐਲਏ ਕਨਸਟੀਟੂਐਂਸੀ 'ਚ। ਕੀ ਉਹ ਸਾਰੇ ਕਾਰਡ ਗਲਤ ਸੀ? ਕੀ ਉਹਨਾਂ ਨੂੰ ਇੰਨੇ ਸਾਲਾਂ ਤੋਂ ਗਲਤੀ ਰਾਸ਼ਨ ਮਿਲਦਾ ਆ ਰਿਹਾ ਸੀ? ਵੈਦ ਸਾਹਿਬ ਇਹ ਬਿਲਕੁਲ ਇੱਕ ਬੜੀ ਰਿਐਲਿਟੀ ਤੋਂ ਦੂਰ ਦੀ ਸਟੇਟਮੈਂਟ ਹੋ ਗਈ ਹੈ। ਮੈਂ ਤੁਹਾਨੂੰ ਫੇਰ ਦੁਬਾਰਾ ਬੇਨਤੀ ਕਰਦਾ ਕਿ ਸਰਕਾਰ ਰਿਪੋਰਟ, ਮੈਂ ਤੁਹਾਨੂੰ ਵਿੱਚ ਕੱਟਣਾ ਨਹੀਂ ਚਾਹੁੰਦਾ ਪਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਵਾਰੀ ਜਿਹੜੇ ਰਾਸ਼ਨ ਕਾਰਡ ਕੱਟੇ ਨੇ ਉਹਨਾਂ ਦੀ ਇੱਕ ਵਾਰੀ ਜਿਹੜੀ ਪ੍ਰੈਜ਼ੈਂਟ ਸਿਸਟਮ ਹੈ ਉਹਦੇ ਵਿੱਚ ਦੇਖ ਲਿਓ ਕੀ ਹੋਇਆ ਕੀ ਨਹੀਂ ਹੋਇਆ। ਮੈਂ ਵੈਦ ਸਾਹਿਬ ਤੁਹਾਨੂੰ ਫੇਰ ਬੇਨਤੀ ਕਰਦਾ ਜੀ ਕਿ ਤੁਸੀਂ ਉਹ ਇਨਕੁਆਇਰੀ ਪਬਲਿਕ ਕਰ ਦਿਓ ਜਿਸ ਇਨਕੁਆਇਰੀ ਦੇ ਬਿਹਾਫ ਤੇ ਤੁਸੀਂ ਕਾਰਡ ਕੱਟੇ ਨੇ ਤੇ ਦਿੱਤੇ ਨੇ। ਮੈਂ ਦਾਅਵੇ ਨਾਲ ਚੈਨਲ ਦੇ ਉੱਤੇ ਕਹਿਣਾ, ਪੰਜਾਬ ਸਰਕਾਰ ਨੇ ਗਰਾਊਂਡ ਲੈਵਲ ਤੇ ਕੋਈ ਇਨਕੁਆਇਰੀ ਕੰਡਕਟ ਨਹੀਂ ਕੀਤੀ, ਕੋਈ ਪਿੰਡ ਲੈਵਲ ਤੇ ਸਰਵੇ ਨਹੀਂ ਹੋਇਆ। ਸਿਰਫ ਜੋ ਸਰਪੰਚ ਨੇ ਜਾਂ ਕਾਂਗਰਸੀ ਬੰਦਿਆਂ ਨੇ ਕਹਿਤਾ ਉਹੀ ਰਿਪੋਰਟਾਂ ਤਿਆਰ ਹੋ ਗਈਆਂ, ਉਹਦੇ ਬਿਹਾਫ ਤੇ ਕਾਰਡ ਕੱਟ ਤੇ ਉਹਦੇ ਬਿਹਾਫ ਤੇ ਨਵੇਂ ਬਣ ਗਏ। ਠੀਕ ਹੈ ਸਰੀਨ ਸਾਹਿਬ ਆ ਰਿਹਾ ਸਾਹਿਬ ਆ ਰਿਹਾ। ਕਲੇਰ ਸਾਹਿਬ ਮੈਂ ਇਹਦੀ ਰਿਪੋਰਟ ਪਬਲਿਸ਼ ਕਰਵਾਉਂਗਾ, ਤੁਹਾਨੂੰ ਦੱਸੂਗਾ ਕਿ ਕਾਰਡ ਕਿਹਨਾਂ ਨੇ ਕੱਟੇ। ਮੈਂ ਬਿਲਕੁਲ ਇਹ ਰਿਪੋਰਟ ਪਬਲਿਸ਼ ਕਰਾਉਂਗਾ। ਮੈਂ ਟੀਵੀ ਦੇ ਉੱਤੇ ਬੈਠ ਕੇ ਆਪਣੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਦਾ। ਠੀਕ ਹੈ ਸਰੀਨ ਸਾਹਿਬ। ਇੰਗਲਿਸ਼ ਦੇ ਕੁਝ ਸ਼ਬਦ ਹੁੰਦੇ ਨੇ ਜਿਹਦੇ ਚ ਨਾ ਬੰਦਾ ਸਾਰਾ ਕੁਝ ਕਵਰ ਕਰਦਾ। ਤੁਸੀਂ ਜਿਵੇਂ ਸੌਰੀ ਸ਼ਬਦ ਦੇ ਵਿੱਚ ਬਹੁਤ ਕੁਝ ਕਵਰ ਹੋ ਜਾਂਦਾ ਹੈ, ਉਵੇਂ ਅਨੋਮਲੀ ਸ਼ਬਦ 'ਚ ਬਹੁਤ ਕੁਝ ਕਵਰ ਕਰਤਾ। ਅਨੋਮਲੀ ਕੀ ਹੁੰਦੀ ਹੈ ਕਿ ਤੁਹਾਡਾ ਨਾਂ ਕੁਲਦੀਪ ਸਿੰਘ ਹੈ, ਤੁਹਾਡਾ ਕੁਲਬੀਰ ਸਿੰਘ ਲਿਖਿਆ ਗਿਆ, ਤੁਹਾਡੀ ਉਮਰ 50 ਸਾਲ ਦੀ ਹੈ, ਤੁਹਾਡੀ ਉਮਰ 30 ਸਾਲ ਦੀ। ਇਸ ਤਰ੍ਹਾਂ ਦੀ ਅਨੋਮਲੀਜ਼ ਹੁੰਦੀਆਂ ਨੇ। ਅੱਜ ਜਿਹੜੇ ਸਬੂਤ ਮੈਂ ਦੇ ਰਿਹਾ ਇਹ ਅਨੋਮਲੀਜ਼ ਨਹੀਂ ਹੁੰਦੀਆਂ। ਕਿ ਕੁਲਦੀਪ ਮੈਨੂੰ ਦੱਸੋ ਤੁਹਾਡਾ ਸਾਹਿਬ ਜਦੋਂ ਹੁਣ ਕਾਰਡ ਆ ਗਏ ਨਾ ਉਦੋਂ ਡਾਟਾ ਦੇਖਿਓ ਕਿ
ਉਦੋਂ ਜ਼ਰੂਰ ਵੇਖਿਓ ਆ ਸਮਾਰਟ ਕਾਰਡ ਹੁਣ ਵੰਡੇ ਜਾਣੇ ਆ, ਫਿਰ ਵੇਖਿਓ ਕੀ ਕਿਹੋ ਜਿਹੇ ਹਾਲਾਤ। ਉਹ ਕਾਗਜ਼ ਨੇ ਜਿਨ੍ਹਾਂ ਦੇ ਬੇਸ ਤੇ ਸਮਾਰਟ ਕਾਰਡ ਬਣੇ ਨੇ, ਮੈਂ ਉਹ ਦੱਸ ਰਿਹਾ ਤੁਹਾਨੂੰ, ਇਹ ਉਹ ਦਿਖਾ ਰਿਹਾ ਕਾਗਜ਼ ਤੁਹਾਨੂੰ। ਕਰੈਕਸ਼ਨ ਹੋ ਜਾਏਗੀ, ਕੋਈ ਕਰੈਕਸ਼ਨ ਹੋ ਜਾਏਗੀ, ਇਹਦੇ ਵਿੱਚ ਕੀ ਪ੍ਰੋਬਲਮ ਹੈ? ਕਰੈਕਸ਼ਨ ਹੋ ਜਾਏਗੀ, ਕਰੈਕਸ਼ਨ ਹੋ ਜਾਏਗੀ ਇਹਦੇ ਵਿੱਚ। ਕੌਣ ਕਰੇਗਾ ਕਰੈਕਸ਼ਨ? ਜਿਨ੍ਹਾਂ ਨੇ ਬਣਾਏ ਆ, ਇੰਸਪੈਕਟਰ ਨੇ ਡੋਰ ਟੂ ਡੋਰ ਜਾ ਕੇ ਬਣਾਏ ਆ, ਆ ਫਰਜ਼ੀ ਨਾਮ ਵਿੱਚ ਪਾਇਆ। ਸਰੀਨ ਸਾਹਿਬ ਤੁਹਾਡੀ ਸਰਕਾਰ 'ਚ ਕਿੰਨਾ ਫਰਜ਼ੀ ਵਾੜਾ ਹੈ ਇਹ ਮੈਂ ਤੁਹਾਨੂੰ ਦੱਸ ਸਕਦਾ ਆ। ਕਰੈਕਸ਼ਨ ਹੋਏਗੀ ਬਕਾਇਦਾ, ਸੁਣ ਲਓ ਮੇਰੀ ਗੱਲ, ਕਰੈਕਸ਼ਨ ਹੋਏਗੀ। ਇੱਕ ਗੱਲ ਸੁਣ ਲਓ। ਹੁਣ ਤੁਸੀਂ ਕਿਹਾ ਜੀ ਰਾਸ਼ਨ ਜੀ ਜਿਹੜਾ ਆਇਆ ਕੇਂਦਰ ਦਾ, ਅਸੀਂ ਡਿਪੋ ਤੋਂ ਵੰਡਤਾ, ਉਹ ਕਰਤਾ। ਡਿਪੋ ਦਾ ਹਾਲ ਮੈਂ ਤੁਹਾਨੂੰ ਦਿਖਾਤਾ ਕਿ ਕਿਵੇਂ ਰਾਸ਼ਨ ਮੰਡੀ 'ਚ ਆ ਗਿਆ। ਤੁਹਾਡਾ ਰਾਸ਼ਨ ਜਿਹੜਾ ਮੰਡੀ 'ਚ ਆਣੇ ਬੰਦੇ ਹੋ, ਤੁਹਾਡੇ ਮੂੰਹੋਂ ਇਹੋ ਜਿਹੇ ਲਫ਼ਜ਼ ਚੱਕੇ ਨਹੀਂ ਲੱਗਦੇ। ਰਿਐਲਿਟੀ ਬੇਸ ਗੱਲ ਕਰੋ, ਰਿਐਲਿਟੀ ਬੇਸ ਗੱਲ ਕਰ ਰਹੇ ਹਾਂ। ਸੁਣ ਲਓ, ਤੁਹਾਡਾ ਆਪਣਾ ਰਿਕਾਰਡ ਬੋਲਦਾ ਹੈ ਕਿ ਸਟੇਟ ਨੇ ਕਿੰਨਾ ਰਾਸ਼ਨ ਇਸ਼ੂ ਕੀਤਾ, ਜ਼ਿਲ੍ਹਿਆਂ ਨੇ ਕਿੰਨਾ ਵੰਡਿਆ, ਕਿੰਨਾ ਵੱਡਾ ਗੈਪ ਉਹਦੇ ਵਿੱਚ ਹੈਗਾ, ਉਹ ਰਾਸ਼ਨ ਕਿੱਥੇ ਹੈ। ਹੁਣ ਦੂਜੀ ਸੁਣ ਲਓ ਗੱਲ ਮੇਰੀ। ਤੁਸੀਂ ਕਹਿੰਦੇ ਹੋ ਕਿ ਜਿਹੜਾ ਐਮਐਲਏਸ ਕੋਲ ਆਇਆ, ਉਹ ਜਿਹੜਾ ਮੁੱਖ ਮੰਤਰੀ ਜੀ ਨੇ ਰਾਸ਼ਨ ਭੇਜਿਆ ਸੀ ਉਹ ਵੰਡਿਆ। ਠੀਕ ਹੈ, ਰਾਸ਼ਨ ਭੇਜਿਆ ਕਿਹਦੇ ਵਾਸਤੇ ਵੰਡਿਆ ਸੀਗਾ? ਮੁੱਖ ਮੰਤਰੀ ਦੇ ਕੋਲ ਕਿਹਦੇ ਕੋਲ ਆਇਆ ਸੀਗਾ? ਐਮਐਲਏਸ ਦੇ ਥਰੂ ਵੰਡਿਆ, ਕੋਈ ਗੱਲ ਨਹੀਂ, ਕਿਸੇ ਜਰੀਏ ਵੰਡੀਚਣਾ ਸੀਗਾ, ਉਹ ਵੰਡੀਚਣਾ ਚਾਹੀਦਾ ਸੀਗਾ ਤੇ ਵੰਡਿਆ ਜਾਣਾ ਚਾਹੀਦਾ ਸੀ ਨਾ। ਅੱਜ ਤੱਕ ਤੁਹਾਡੇ ਕੋਲ ਮਾਰਚ ਅਪ੍ਰੈਲ ਦੇ ਵਿੱਚ ਰਾਸ਼ਨ ਆਇਆ, ਅੱਜ ਅਗਸਤ ਟੱਪ ਗਿਆ, ਸਤੰਬਰ ਸ਼ੁਰੂ ਹੋ ਗਈ। ਅੱਜ ਵੀ ਤੁਹਾਡੇ ਇੰਟਰਨੈਸ਼ਨਲ ਸਕੂਲ ਦੇ ਵਿੱਚ ਸਾਡੇ ਕਾਰਜਕਰਤਾਵਾਂ ਨੇ ਜਾ ਕੇ ਰੇਡ ਮਾਰੀ, ਉੱਥੇ 4000 ਬੋਰੀ ਰਾਸ਼ਨ ਦੀ ਮਿਲੀ ਹੈ। 4000 ਬੋਰੀ ਕਾਉਂਸਲਰ ਦੇ ਸਕੂਲ ਦੇ ਵਿੱਚੋਂ ਮਿਲੀ ਹੈ। ਤੁਸੀਂ ਇਹਨੂੰ ਕੀ ਕਹੋਗੇ? ਕਿਹਦੇ ਲਈ ਰੱਖਿਆ ਸੀਗਾ? ਉਹ ਕੀੜੇ ਚੱਲਦੇ ਪਏ ਨੇ ਅੱਜ ਦੀ ਡੇਟ ਤੇ, ਕਿਉਂ ਰੱਖਿਆ ਹੋਇਆ ਸੀਗਾ? ਕਿਉਂ ਨਹੀਂ ਗਰੀਬਾਂ ਦਾ? ਸਾਹਿਬ ਮੈਂ ਵੈਰੀਫਾਈ ਕਰਾਉਂਗਾ ਅੱਜ ਇਸ ਡਿਬੇਟ ਤੋਂ ਬਾਅਦ, ਮੈਂ ਵੈਰੀਫਾਈ ਕਰਾ ਕੇ ਫਿਰ ਟੀਵੀ ਤੇ ਆਉਂਗਾ ਕੱਲ। ਮੈਂ ਕੁਲਦੀਪ ਜੀ ਹੁਣ ਵੀ ਤੁਹਾਡਾ ਚੈਲੰਜ ਐਕਸੈਪਟ ਕਰਦਾ, ਤੁਹਾਡੇ ਦਾਅਵੇ ਨਾਲ ਕਹਿਣਾ, ਅੱਜ ਤੁਸੀਂ ਲੁਧਿਆਣੇ ਦੇ ਵਿੱਚ ਤੁਸੀਂ ਆਪਣਾ ਵੈਰੀਫਾਈ ਕਰਕੇ ਦੇਖ ਲਓ ਕਿ ਮੁੱਖ ਮੰਤਰੀ ਨੇ ਕਿੰਨਾ ਰਾਸ਼ਨ ਭੇਜਿਆ ਸੀਗਾ, ਲੋਕਾਂ ਤੱਕ ਕਿੰਨਾ ਵੰਡਿਆ ਗਿਆ। ਸਰੀਨ ਸਾਹਿਬ ਮੇਰਾ ਤੁਹਾਨੂੰ ਚੈਲੰਜ ਹੈ, ਗਿੱਲ ਹਲਕੇ ਚ ਆਓ। ਸਰੀਨ ਸਾਹਿਬ ਮੇਰਾ ਚੈਲੰਜ ਹੈ ਤੁਹਾਨੂੰ, ਗਿੱਲ ਹਲਕੇ ਚ ਆਓ, 1% ਗਲਤੀ ਕੱਢ ਦਿਓ, ਰਿਜ਼ਾਈਨ ਕਰ ਦੂੰਗਾ। ਮੇਰੇ ਹਲਕੇ ਚ ਆਓ। 3 ਮਹੀਨੇ ਤੋਂ ਕਿਸੇ ਦੀ ਡਿਮਾਂਡ ਨਹੀਂ ਹੈ, ਇੰਨਾ ਰਾਸ਼ਨ ਅਸੀਂ ਦੇ ਚੁੱਕੇ ਹੋਏ ਹਾਂ। ਮੈਂ ਚੈਲੰਜ ਕਰਦਾ ਤੁਹਾਨੂੰ ਟੈਲੀਵਿਜ਼ਨ ਦੇ ਉੱਤੇ। ਇੰਟਰਨੈਸ਼ਨਲ ਸਕੂਲ ਦੇ ਵਿੱਚ ਬੋਰੀਆਂ ਫੜੀਆਂ ਗਈਆਂ, ਡੀਐਫਸੀ ਦੇ ਧਿਆਨ 'ਚ ਲੈਂਦੀਆਂ ਗਈਆਂ, ਉਹ ਕਾਹਦੇ ਲਈ ਅੱਜ ਤੱਕ ਪਈਆਂ ਹੋਈਆਂ ਨੇ? ਇਹ ਦੱਸ ਦਿਓ ਨਾ, ਰਾਸ਼ਨ ਕਿਉਂ ਨਹੀਂ ਗਰੀਬਾਂ ਨੂੰ ਤੁਸੀਂ ਦਿੱਤਾ? ਪੁੱਛੋ ਡੀਐਫਸੀ ਨੂੰ। 4000 ਬੋਰੀ ਰਾਸ਼ਨ ਦੀ ਉੱਥੋਂ ਫੜੀ ਗਈ ਹੈ। ਮਾਰਚ ਦਾ ਰਾਸ਼ਨ ਆਇਆ ਹੋਇਆ, ਅਪ੍ਰੈਲ ਦਾ ਰਾਸ਼ਨ ਆਇਆ ਹੋਇਆ, ਤੁਸੀਂ ਗਰੀਬਾਂ ਨੂੰ ਵੰਡਿਆ ਨਹੀਂ। ਕਿਹਦੇ ਲਈ ਰੱਖਿਆ ਹੋਇਆ ਸੀ ਉੱਥੇ ਤੁਸੀਂ? ਸਲੀਨ ਸਾਹਿਬ ਹੁਣ ਸੁਣ ਲਓ, ਆਈ ਗॉट ਕਾਲ ਫਰਮ ਡੀਐਫਐਸਸੀ, ਹੁਣ ਸੁਣ ਲਿਓ ਮੇਰੀ ਜਵਾਬ। ਇੰਟਰਨੈਸ਼ਨਲ ਸਕੂਲ ਦੇ ਵਿੱਚ ਡਿਪਾਰਟਮੈਂਟ ਨੇ ਰੱਖਿਆ ਸੀ, ਜਿਹਦੇ ਵਿੱਚ ਉਹਨਾਂ ਨੇ ਸਟੋਰ ਬਣਾਇਆ ਸੀ, ਜਿਹਦੇ ਵਿੱਚ ਕੁਝ ਰਾਸ਼ਨ ਵੰਡਿਆ ਗਿਆ ਸੀ। ਜਦੋਂ ਕੋਈ ਤੁਹਾਡੇ ਬੰਦੇ ਗਏ ਉਸ ਤੋਂ ਬਾਅਦ ਇਹਦੇ ਨਹੀਂ ਵੀ ਤੁਹਾਡੇ ਬੰਦੇ ਗਏ ਤਾਂ ਉਹ ਵੰਡਿਆ ਗਿਆ, ਉਹ ਡਿਪਾਰਟਮੈਂਟ ਨੇ ਰੱਖਿਆ ਸੀ। ਮੇਰੀ ਹੁਣੇ ਡੀਐਫਐਸਸੀ ਨਾਲ ਗੱਲ ਹੋਈ ਆ, ਐਂਡ ਤੁਸੀਂ ਇਹ ਗੱਲ ਦਾ ਕਹੇ ਵੀ ਤੁਸੀਂ ਜਾ ਕੇ ਉਸ ਤੋਂ ਬਾਅਦ ਉਹਨੇ ਵੰਡਿਆ ਹੀ ਜਾਣਾ ਸੀਗਾ। ਕਿਤੇ ਨਾ ਕਿਤੇ ਤਾਂ ਸਟੋਰ ਬਣਦੇ ਨੇ ਨਾ। ਮੈਂ ਆਪਣੇ ਘਰ ਦੇ ਕੋਲ ਸੁਣ ਲਓ, ਤੁਹਾਡੀ ਗੱਲ ਮੰਨ ਲਈ, ਮੈਂ ਇੱਕ ਮਿੰਟ ਤੁਹਾਡੀ ਗੱਲ ਵੀ ਮੰਨ ਲਵਾਂ। ਮੈਨੂੰ ਇਹ ਦੱਸੋ, ਅਪ੍ਰੈਲ ਦਾ ਰਾਸ਼ਨ ਆਇਆ, ਸਤੰਬਰ ਤੱਕ ਕਿਉਂ ਨਹੀਂ ਗਰੀਬਾਂ 'ਚ ਵੰਡਿਆ ਗਿਆ? ਮੈਂ ਇੱਥੇ ਆਣਾ, ਤੁਸੀਂ ਦੱਸੋ ਨਾ, ਸਤੰਬਰ ਤੱਕ ਕਿਉਂ ਨਹੀਂ ਵੰਡਿਆ ਜਿਹੜਾ ਅਪ੍ਰੈਲ 'ਚ ਰਾਸ਼ਨ ਆਇਆ ਸੀਗਾ? ਸੁਣੋ ਸਰੀਨ ਸਾਹਿਬ, ਮੈਂ ਦੱਸਦਾ, ਸੁਣ ਲਓ ਸਰੀਨ ਸਾਹਿਬ, ਸੁਣਤਾ ਲਾਓ। ਸਰੀਨ ਸਾਹਿਬ ਹੁਣ ਰੌਲਾ ਪਾਉਣ ਨਾਲ ਥੋੜੀ ਕੁਝ ਹੋ ਜਾਣਾ, ਮੇਰੀ ਗੱਲ ਤਾਂ ਸੁਣ ਲਓ, ਮੇਰੀ ਗੱਲ ਦਾ ਜਵਾਬ ਲੈ ਲਓ। ਡੀਐਫਐਸਸੀ ਨੇ ਮੈਨੂੰ ਦੱਸਿਆ ਕਿ ਉਹ ਅਸੀਂ ਸਟੋਰ ਬਣਾਇਆ ਸੀ, 300 ਅਸੀਂ ਪਹਿਲਾਂ ਵੰਡਿਆ, ਬਾਕੀ ਰਹਿੰਦਾ ਸੀ ਬਾਅਦ ਚ ਵੰਡਿਆ। ਤੁਹਾਡੀ ਗੱਲ, ਮੈਂ ਆਨਰੇਬਲ ਸਾਡੇ ਜਿਹੜੇ ਫੂਡ ਐਂਡ ਸਿਵਲ ਸਪਲਾਈ ਮਿਨਿਸਟਰ ਹੈ, ਮੈਂ ਪਿਛਲੇ ਮਹੀਨੇ ਉਹਨਾਂ ਤੋਂ ਜ਼ਬਰਦਸਤੀ ਬੇਨਤੀ ਕਰਕੇ ਉਹਨਾਂ ਤੋਂ ਲਿਆ ਕੇ ਰਾਸ਼ਨ ਮੈਂ ਵੰਡਵਾਇਆ। ਆ ਪਿਛਲੇ ਹਫਤੇ ਮੇਰੇ ਕੋਲ ਰਾਸ਼ਨ ਖਤਮ ਹੋਇਆ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕੋਈ ਕਪੜਾ ਕਰ ਦਿੱਤਾ ਜਾਂ ਕੁਝ ਕਰਤਾ। ਸਰੀਨ ਸਾਹਿਬ ਗਲਤ, ਤੁਹਾਡੇ ਵਰਗੇ ਇਨਸਾਨ ਤੋਂ ਮੈਂ ਐਕਸਪੈਕਟ ਨਹੀਂ ਕਰਦਾ ਕਿ ਤੁਸੀਂ ਟੀਵੀ ਦੇ ਉੱਤੇ ਬੈਠ ਕੇ ਇਹੋ ਜਿਹੀ ਗੱਲ ਕਰੋ। ਮੈਂ ਕੋਈ ਬੇਸਲੈਸ ਗੱਲ ਨਹੀਂ ਕਰਦਾ, ਮੈਂ ਰਿਕਾਰਡ ਤੇ ਕਹਿਣਾ। ਹੁਣੇ ਤੁਸੀਂ ਡੀਐਫਸੀ ਨੂੰ ਫੋਨ ਕਰੋ, ਉਹਨੂੰ ਪੁੱਛੋ ਲੁਧਿਆਣੇ 'ਚ ਕਿੰਨੀਆਂ ਕਿੱਟਾਂ ਇਹ ਪੈਂਡਿੰਗ ਹੈਗੀਆਂ ਨੇ, ਸਵੇਰੇ ਮੈਂ ਤੁਹਾਨੂੰ ਬਰਾਮਦ ਕਰਾ ਕੇ ਦਿਖਾ ਦਿੰਦਾ। ਸਰੀਨ ਸਾਹਿਬ ਅਸੀਂ ਹਾਲੇ ਤੱਕ ਰਾਸ਼ਨ ਵੰਡ ਰਹੇ ਹਾਂ। ਸੁਣ ਲਓ, ਮੈਂ ਤੈਨੂੰ ਕਿੱਟਾਂ ਦੀ ਗੱਲ ਦੱਸਦਿਆਂ, ਹਾਲੇ ਤੱਕ ਅਸੀਂ ਵੰਡ ਰਹੇ ਹਾਂ। ਮੈਂ ਪਿਛਲੇ ਹਫਤੇ ਜਿਹੜਾ ਮੈਨੂੰ ਰਾਸ਼ਨ ਆਇਆ, ਸੁਣ ਲਓ ਮੇਰੀ ਗੱਲ। ਤੁਸੀਂ ਹੁਣ ਡੀਐਫਸੀ ਨੂੰ ਫੋਨ ਕਰਕੇ ਪੁੱਛ ਲਓ ਹੁਣ ਤੱਕ ਕਿੰਨਾ ਰਾਸ਼ਨ ਪੈਂਡਿੰਗ ਹੈ ਉਹਦੇ ਕੋਲੇ। ਜੇ ਅਸੀਂ ਉਸ ਤੋਂ ਵੱਧ ਕੋਲ ਫੜਾ ਦਈਏ ਫਿਰ ਦੱਸਿਓ। ਸਰੀਨ ਸਾਹਿਬ ਪੈਂਡਿੰਗ ਹੋਏਗਾ, ਅਸੀਂ ਵੰਡ ਰਹੇ ਹਾਂ। ਸੁਣੋ, ਪੈਂਡਿੰਗ ਦਾ ਕੀ ਮਤਲਬ? ਇਹ ਕੋਈ ਡੇਟ ਨਹੀਂ ਸੀ ਫਿਕਸ ਹੋਈ ਸਰੀਨ ਸਾਹਿਬ, ਕੋਈ ਡੇਟ ਨਹੀਂ ਸੀ ਫਿਕਸ ਹੋਈ। ਦੇਰ ਵਾਸ ਨੋ ਕੱਟ ਆਫ ਡੇਟ। ਮੈਂ ਤਾਂ ਅੱਜ ਵੀ ਆਸ਼ੂ ਜੀ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਹੋਰ ਰਾਸ਼ਨ ਚਾਹੀਦਾ, ਹੋਰ ਭੇਜੋ। ਉਹ ਕਹਿੰਦੇ ਕੋਈ ਨਹੀਂ, ਸੀਐਮ ਸਾਹਿਬ ਨਾਲ ਗੱਲ ਕਰਦੇ ਆ। ਇਹੋ ਜੀ ਸਿਆਸਤ ਨਾ ਕਰਿਆ ਕਰੋ ਸਰੀਨ ਸਾਹਿਬ, ਤੁਹਾਡੀ ਗੱਲ ਆ ਗਈ। ਸਿਆਸਤ ਨਾ ਕਰਿਆ ਕਰੋ।
ਮੈਂ ਤੁਹਾਡੇ ਵਰਗੇ ਇੰਨੇ ਵਧੀਆ ਇਨਸਾਨ ਤੋਂ ਇਹੋ ਜੀ ਗੱਲ ਐਕਸਪੈਕਟ ਨਹੀਂ ਕਰਦਾ। ਨਹੀਂ, ਮੈਂ ਜਿਹੜੀ ਗੱਲ ਕਰਦਾ ਕੁਲਦੀਪ ਜੀ, ਮੈਂ ਵਿਦ ਫੈਕਟਸ ਐਂਡ ਫਿਗਰਸ ਗੱਲ ਕਰਦਾ। ਮੈਂ ਕਦੀ ਵੇਗ ਨਾ ਐਲੀਗੇਸ਼ਨ ਲਾਉਣ ਦਾ ਵਿਸ਼ਵਾਸ ਰੱਖਦਾ, ਨਾ ਮੈਂ ਕਦੀ ਜ਼ਿੰਦਗੀ 'ਚ ਲਗਾਏ ਨੇ। ਮੈਂ ਹੁਣ ਵੀ ਕਹਿਣਾ, ਤੁਸੀਂ ਚੱਕੋ ਡੀਐਫਸੀ ਨੂੰ ਫੋਨ ਕਰੋ, ਉਹਨੂੰ ਪੁੱਛੋ ਅੱਜ ਦੀ ਡੇਟ ਦੇ ਵਿੱਚ ਲੁਧਿਆਣੇ 'ਚ ਕਿੰਨਾ ਰਾਸ਼ਨ ਜਿਹੜਾ ਹੈਗਾ ਹਜੇ ਵੰਡਣਾ ਰਹਿੰਦਾ। ਜੇ ਸਵੇਰੇ ਉਸ ਤੋਂ ਵੱਧ ਤੁਹਾਨੂੰ ਮੈਂ ਨਾ ਫੜਵਾ ਦਿਆਂ, ਫਿਰ ਤੁਸੀਂ ਕਹਿਣਾ। ਮੈਂ ਚੈਲੰਜ ਕਰਦਾ। ਫਰੀਦ ਸਾਹਿਬ ਸੁਣ ਲਓ, ਮੈਂ ਇਸ ਡਿਬੇਟ ਤੋਂ ਬਾਅਦ ਡੀਐਫਐਸਸੀ ਦੀ ਤੁਹਾਡੇ ਨਾਲ ਗੱਲ ਕਰਾਉਂਗਾ, ਮੈਂ ਨਹੀਂ ਗੱਲ ਕਰੂੰਗਾ। ਤੁਸੀਂ ਆਪ ਗੱਲ ਕਰਿਓ, ਫਿਰ ਮੇਰੇ ਨਾਲ ਗੱਲ ਕਰਿਓ। ਇਸ ਤਰ੍ਹਾਂ ਦਾ ਨਹੀਂ। ਮੈਂ ਅਖੀਰਲੇ ਰਿਐਕਸ਼ਨ ਲੈ ਲੈਣਾ। ਰੋੜੀ ਸਾਹਿਬ ਫਿਰ ਅਖੀਰ ਚਾਹ ਰਹੇ ਸਾਹਿਬ। ਇਨਸਾਨੋਂ ਮੈਂ ਰੋੜੀ ਸਾਹਿਬ ਕਰਦਾ ਕਿ ਤੁਹਾਡੇ ਵਰਗਾ ਇਨਸਾਨ ਇਹੋ ਜੀ ਗੱਲ ਆਪਣਾ ਵੈਦ ਸਾਹਿਬ ਤੇ ਸਰੀਨ ਸਾਹਿਬ, ਮੈਂ ਚਲੋ ਹਾਂਜੀ ਗੱਲ ਤੁਹਾਡੀ ਗੱਲ ਨੂੰ ਅੱਗੇ ਸਰੀਨ ਸਾਹਿਬ ਠੀਕ ਹੈ, ਤੁਹਾਡੀ ਗੱਲ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ। ਰੋੜੀ ਸਾਹਿਬ ਅਖੀਰਲਾ ਕਮੈਂਟ। ਹੈਲੋ ਬਦਲਾ ਸਾਹਿਬ, ਤੁਸੀਂ ਇਸ ਡਿਬੇਟ ਦੇ ਵਿੱਚੋਂ ਨਿਕਲ ਕੀ ਰਿਹਾ ਜੀ? ਉਹੀ ਕਿ ਇੰਨੇ ਆ ਗਏ, ਇੰਨੇ ਚਲ ਗਏ, ਇੰਨੇ ਵੰਡ ਦਿੱਤੇ। ਰੌਲਾ ਤਾਂ ਫਿਰ ਉੱਥੇ ਹੀ ਖੜਾ ਕਿ ਜਿਹੜੇ ਬੰਦੇ ਗੱਡੀ, ਸਕੂਟਰ, ਮੋਟਰਸਾਈਕਲ ਤੇ ਆਉਂਦੇ ਉਹ ਦਾਣੇ ਲੈ ਕੇ ਚਲੇ ਜਾਂਦੇ ਨੇ, ਤੇ ਜਿਹੜਾ ਸਾਈਕਲ ਵਾਲਾ ਉਹ ਖੜਾ ਰਹਿ ਜਾਂਦਾ। ਔਰ ਇਹਨਾਂ ਦਾਣਿਆਂ ਵਾਲੇ ਕਾਰਡਾਂ ਤੋਂ, ਭਾਵੇਂ ਇਹਨੂੰ ਸਮਾਰਟ ਕਾਰਡ ਕਹਿ ਲਓ, ਭਾਵੇਂ ਨੀਲਾ ਕਾਰਡ ਕਹਿ ਲਓ, ਜਿਹੜੀਆਂ ਹੋਰ ਸਕੀਮਾਂ ਮਿਲਣੀਆਂ ਨੇ ਉਹ ਪਿਛਲੇ 2 ਸਾਲਾਂ ਤੋਂ ਬੰਦ ਨੇ, ਜਿਹਦੇ ਵਿੱਚ ਖਾਸ ਕਰਕੇ ਲੋਕਾਂ ਨੂੰ ਸਿਹਤ ਨਾਲ ਸੰਬੰਧਿਤ ਜਿਹੜੀਆਂ ਸਕੀਮਾਂ ਇਸ ਦਾਣਿਆਂ ਵਾਲੇ ਕਾਰਡ ਤੋਂ ਮਿਲਣੀਆਂ ਨੇ। ਮੈਂ ਬੇਨਤੀ ਇਹੀ ਕਰ ਰਿਹਾ ਸੀਗਾ ਕਿਉਂਕਿ ਇਹਦੇ ਵਿੱਚ ਸਭ ਤੋਂ ਮੇਨ ਇੰਪੋਰਟੈਂਟ ਕੀ ਆ, ਜੇਕਰ ਕਿਸੇ ਘਰ ਦੇ ਵਿੱਚ ਆ ਕਰੋਨਾ ਦੇ ਨਾਲ ਦੇਖੋ, ਕਿਉਂਕਿ ਕਈ ਭੈਣਾਂ ਜਿਹੜੀਆਂ ਗਰਭਵਤੀ ਨੇ, ਉਹਨਾਂ ਦਾ ਹੈਲਥ ਕਾਰਡ ਜੇਕਰ ਹੋਵੇ ਤਾਂ ਉਹਨਾਂ ਨੂੰ ਜਿਹੜੀ ਉਹਨਾਂ ਦੀ ਡਿਲੀਵਰੀ ਹੈ ਤਾਂ ਉਹਦਾ ਜਿਹੜਾ ਖਰਚਾ ਆ ਉਹ ਜਿਹੜੇ ਪ੍ਰਾਈਵੇਟ ਹਸਪੀਟਲ ਵਿੱਚ ਵੀ ਬਚਾ ਹੋ। ਪਰ ਜਿਹੜੀਆਂ ਪਿਛਲੇ 2 ਸਾਲ ਤੋਂ ਸਾਡੀਆਂ ਭੈਣਾਂ ਦੇ ਵਿਆਹ ਹੋਏ ਨੇ, ਅੱਗੇ ਉਹਨਾਂ ਦੀ ਡਿਲੀਵਰੀ ਹੋਈ ਹੈ, ਉਹਨਾਂ ਦੇ ਵਿਆਹ ਹੋਏ ਨੇ ਤੇ ਬੱਚੇ ਹੋਏ ਨੇ, ਉਹ ਇਹਨਾਂ ਦੇ ਵਿੱਚ ਨਹੀਂ ਐਡ ਹੋ ਰਹੇ, ਉਹ ਨਹੀਂ ਆ ਰਹੇ। ਔਰ ਜਿਹੜੀ ਗੱਲ ਸਟਾਰਟਿੰਗ ਦੇ ਵਿੱਚ ਵੈਦ ਸਾਹਿਬ ਨੇ ਕਹੀ ਸੀ ਕਿ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਨੇ ਜਿਹੜੇ ਬੱਚਿਆਂ ਦੀ ਫੀਸ ਜਿਹੜੀ ਹੈ, ਐਜੂਕੇਸ਼ਨ ਜਿਹੜੀ ਮੁਫਤ ਕਰਤੀ, ਉਹ ਗੱਲ ਮੈਨੂੰ ਕੁਝ ਚੰਗੀ ਨਹੀਂ ਲੱਗੀ, ਉਹ ਗੱਲ ਝੂਠ ਹੈ। ਕਿਉਂਕਿ ਰੋੜੀ ਸਾਹਿਬ ਨੇ ਪਹਿਲਾਂ ਅਥੈਂਟਿਸਿਟੀ ਕਰ ਲਓ, ਏਦਾਂ ਝੂਠ ਨਾ ਕਹੋ ਨਾ, ਪਹਿਲਾਂ ਇੱਕ ਵਾਰੀ ਉਹ ਸਕੀਮ ਦੇਖ ਲਓ, ਫਿਰ ਉਸ ਤੋਂ ਬਾਅਦ ਗੱਲ ਕਰੋ। ਅਗਲੀ ਚਲੋ ਮੈਂ ਉਹਦੇ ਤੇ ਚਰਚਾ ਫਿਰ ਕਰ ਲੂੰਗਾ, ਫਿਰ ਕਦੇ ਉਹਦੇ ਤੇ ਮੇਰੇ ਕੋਲ ਸਮਾਂ ਨਹੀਂ ਹੈ। ਰੋੜੀ ਸਾਹਿਬ, ਕਈ ਲੋੜਵੰਦ ਬੱਚੇ ਮੇਰੇ ਕੋਲੋਂ ਫੀਸ ਲੈ ਕੇ ਗਏ ਆ, ਮੈਂ ਅਸੀਂ ਵੀ ਬੱਚਿਆਂ ਨੂੰ ਪੜਾਉਂਦੇ ਆ, ਸਰੀਨ ਸਾਹਿਬ ਵੀ ਬੱਚਿਆਂ ਨੂੰ ਪੜਾਉਂਦੇ ਆ, ਕਲੇਰ ਸਾਹਿਬ ਵੀ ਬੱਚਿਆਂ ਨੂੰ ਪੜਾਉਂਦੇ ਆ। ਮੈਂ ਤੁਹਾਨੂੰ ਉਹੀ ਦੱਸ ਰਿਹਾ ਹਾਂ ਜੀ, ਮੇਰੀ ਗੱਲ ਤਾਂ ਸੁਣ ਲਓ। ਮੇਰੇ ਕੋਲ ਮੇਰੇ ਦਫ਼ਤਰ ਦੇ ਵਿੱਚ ਕਈ ਬੱਚੇ ਆਏ ਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜਸ਼ੰਕਰ ਅਸੀਂ ਪੜ੍ਹਦੇ ਆ, 738 ਕੇ 40 ਰੁਪਏ ਉਹਨਾਂ ਤੋਂ ਫੀਸ ਮੰਗੀ ਗਈ ਹੈ, ਜੋ ਕਿ ਮੈਂ ਇਕੱਲਾ ਤਾਂ ਨਹੀਂ ਦੇ ਸਕਦਾ। ਮੇਰੇ ਜਿਹੜੇ ਕੋਈ ਜਾਣਕਾਰ ਲੋਕ ਨੇ, ਜਿਹੜੇ ਕੋਈ ਸ਼ਹਿਰ ਦੇ ਵਿੱਚ ਚੰਗੇ ਰਸੂਖ ਵਾਲੇ ਲੋਕ ਨੇ, ਉਹਨਾਂ ਬੰਦਿਆਂ ਤੋਂ ਮੈਂ ਉਹਨਾਂ ਬੱਚਿਆਂ ਨੂੰ ਫੀਸ ਦਵਾਈ ਹੈ ਔਰ ਸਰਕਾਰੀ ਸਕੂਲ ਵਿੱਚ ਉਹ ਫੀਸ ਦਿੱਤੀ ਹੈ। ਚਲੋ ਮੈਂ ਫੀਸ ਤੇ ਚਰਚਾ ਕਰ ਲੂੰਗਾ। ਫੀਸ ਤੇ ਬੜਾ ਕੁਝ ਹੈ ਕਰਨ ਨੂੰ। ਨਹੀਂ ਵੈਦ ਸਾਹਿਬ ਫੀਸ ਤੇ ਦੇਖੋ ਅੱਜ ਨਹੀਂ ਤੇ ਫੀਸਾਂ ਨੂੰ ਲੈ ਕੇ 8ਵੀਂ ਤੱਕ ਪਹਿਲਾਂ ਹੀ ਮਾਫ ਹੈ, ਉਸ ਤੋਂ ਉੱਤੇ 9ਵੀਂ ਤੋਂ 12ਵੀਂ ਤੱਕ ਦਲਿਤ ਵਿਦਿਆਰਥੀਆਂ ਦੀ ਪਹਿਲਾਂ ਹੀ ਮਾਫ ਹੈ, ਕੁੜੀਆਂ ਦੀ ਮਾਫ ਹੈ। ਉਹ ਕਿੰਨਾ ਕੁ ਆਟੇ ਚ ਨੂਣ ਦੇ ਬਰਾਬਰ ਹੈ, ਉਹਦੇ ਤੇ ਮੈਂ ਨਹੀਂ ਚਰਚਾ ਕਰਨਾ ਚਾਹ ਰਿਹਾ। ਅਖੀਰਲਾ ਕਮੈਂਟ ਕਲੇਰ ਸਾਹਿਬ, ਮੈਂ ਆਉਂਗਾ ਤੁਹਾਡੇ ਕੋਲ ਆਉਂਗਾ। ਕਲੇਰ ਸਾਹਿਬ, ਮੈਂ ਨਵਨੀਤ ਜੀ, ਮੈਂ ਫੇਰ ਦੁਬਾਰਾ ਗੱਲ ਕਹਿ ਦਿਆਂ ਵੈਦ ਸਾਹਿਬ ਕਿ ਆਪਾਂ ਸਾਰਿਆਂ ਨੇ ਦੇਖਿਆ, ਇਹ ਕੋਈ ਮੈਂ ਨਹੀਂ ਕਹਿ ਰਿਹਾ, ਸਾਰੇ ਪੰਜਾਬ ਨੇ ਦੇਖਿਆ ਕਿ ਕੋਵਿਡ ਦੇ ਵਿੱਚ ਰਾਸ਼ਨ ਦੇ ਵਿੱਚ ਕਿੰਨੀ ਦਿੱਕਤ ਆਈ ਹੈ। ਮੇਰੇ ਆਪ ਦੇ ਪਟਿਆਲਾ ਮੁੱਖ ਮੰਤਰੀ ਸਾਹਿਬ ਦਾ ਸ਼ਹਿਰ ਹੈ, ਉੱਥੇ ਹੀ ਬੜੇ ਮੁਸ਼ਕਿਲ ਦੇ ਲੋਕਾਂ ਨੂੰ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਮੈਂ ਆਪ ਗਵਾਹ ਹਾਂ ਇਸ ਗੱਲ ਦਾ। ਪਰ ਜਿਹੜੀ ਤੁਸੀਂ ਅੱਜ ਇਹ ਗੱਲ ਕਹੀ ਹੈ, ਮੈਂ ਤੁਹਾਨੂੰ ਵੈਦ ਸਾਹਿਬ ਕਹਿਣਾ ਕਿ CWP 8037 ਜਿਹੜੀ 2020 ਦੀ ਹੈ, ਉਹਦੇ 'ਚ 28 ਪਟੀਸ਼ਨਰ ਨੇ ਹਾਈ ਕੋਰਟ, ਜਿਨ੍ਹਾਂ ਦਾ ਸਮਾਰਟ ਰਾਸ਼ਨ ਕਾਰਡ ਨਹੀਂ ਬਣਿਆ। ਠੀਕ ਹੈ, ਤੁਸੀਂ ਕਹਿੰਦੇ ਹੋ ਤੁਸੀਂ ਉਹ ਜਿਹੜੇ ਜਤਿੰਦਰ ਪੰਨੂ ਸਾਹਿਬ ਦਾ ਜ਼ਿਕਰ ਕਰਦੇ ਹੋ, ਮੈਂ ਮੇਰੀ ਗੱਲ ਲੈ ਲਿਓ ਵੈਦ ਸਾਹਿਬ, ਤੁਸੀਂ ਜਤਿੰਦਰ ਪੰਨੂ ਸਾਹਿਬ ਦਾ ਜ਼ਿਕਰ ਕਰਦੇ ਹੋ, ਮੈਂ ਉਹਨਾਂ ਦੇ ਖਿਲਾਫ ਕੁਝ ਨਹੀਂ ਕਹਿਣਾ। ਉਹ ਕੋਈ ਫਾਈਨਲ ਅਥਾਰਟੀ ਨਹੀਂ ਕਿ ਉਹਨਾਂ ਨੇ ਕਹਿਤਾ ਤਾਂ ਉਹ ਪੰਜਾਬ ਲਈ ਸੱਚ ਹੋ ਗਿਆ। ਸਭ ਨੂੰ ਪਤਾ ਹੈ ਕਿ ਉਹ ਕਿਸ ਤਰ੍ਹਾਂ ਦਾ ਝੁਕਾਅ ਹੈ ਉਹਨਾਂ ਦਾ ਤੇ ਕਿਹੜੀ ਗੱਲ ਕਰਦੇ ਨੇ। ਪਰ ਜੋ ਮੇਰੇ ਪਟੀਸ਼ਨ ਹੈ ਉਹਦੇ 'ਚ 28 ਜਣੇ ਨੇ ਜਿਨ੍ਹਾਂ ਦੇ ਕਾਰਡ ਕੱਟੇ ਨੇ, ਤੁਸੀਂ ਇਨਕੁਆਇਰੀ ਕਰਾ ਕੇ ਦੱਸ ਦਿਓ। ਮੈਂ ਫੇਰ ਦੁਬਾਰਾ ਮੈਂ ਤੁਹਾਨੂੰ ਚੈਨਲ ਦੇ ਉੱਤੇ ਕਹਿਣਾ ਵੈਦ ਸਾਹਿਬ ਕਿ ਉਹਨਾਂ 'ਚੋਂ ਇੱਕ ਬੰਦਾ ਵੀ ਕੱਢ ਦਿਓ ਜਿਹਦੇ ਕੋਲੇ ਗੱਡੀ ਹੋਵੇ, ਸਕੂਟਰ, ਮੋਟਰਸਾਈਕਲ ਹੋਵੇ ਤੇ ਉਹ ਜਾਲੀ ਰਾਸ਼ਨ ਲੈ ਰਿਹਾ ਹੋਵੇ। ਸੋ ਇਹ ਸਾਰਾ ਇੱਕ ਪੋਲੀਟੀਕਲ ਵੈਂਡੇਟੇ ਦੇ ਤਹਿਤ ਕੀਤਾ ਜਾ ਰਿਹਾ ਵੈਦ ਸਾਹਿਬ, ਇਹ ਤੁਸੀਂ ਇਸ ਗੱਲ ਨੂੰ ਸਮਝੋ। ਔਰ ਤੁਸੀਂ ਇਹਨੂੰ ਅਗਰ ਖੁਦ ਇਹਦੀ ਡਿਟੇਲ 'ਚ ਜਾਓਗੇ ਤਾਂ ਤੁਹਾਡੇ ਸਾਹਮਣੇ ਆਊਗਾ ਕਿ ਇਹ ਪਿਕ ਐਂਡ ਚੂਜ਼ ਪਾਲਿਸੀ ਹੈ, ਸਿਰਫ ਆਪਣੇ ਲੋਕਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਤੇ ਜਿਹੜਾ ਵਿਰੋਧੀ ਨੇ ਉਹਨਾਂ ਦੇ ਕਾਰਡ ਕੱਟੇ ਜਾ ਰਹੇ ਨੇ।
ਔਰ ਰਾਸ਼ਨ ਇਹੀ ਕਾਰਡ precisely ਗੱਲ ਅਕਾਲੀ ਦਲ ਹੈਗੀ। ਦੇ ਵੀ ਬਣੇ ਹੋਏ ਆ, ਆਮ ਆਦਮੀ ਪਾਰਟੀ ਦੀ ਵੀ ਬਣੇ ਆ, ਬੀਜੇਪੀ ਦੇ ਜਿਹੜੇ ਪਿੰਡਾਂ 'ਚ ਲੋਕ ਨੇ ਉਹਨਾਂ ਦੇ ਵੀ ਬਣਿਆ। ਬੀਜੇਪੀ ਬੇਸ਼ੱਕ ਅਮੀਰ ਪਾਰਟੀ ਹੈ, ਪਰ ਰਾਸ਼ਨ ਕਾਰਡ ਕਈ ਬੀਜੇਪੀ ਪਰਿਵਾਰਾਂ ਚ ਵੀ ਬਣੇ। ਚਲੋ ਮਤਲਬ ਤੁਸੀਂ ਕਹਿ ਰਹੇ ਹੋ ਪੱਖਪਾਤ ਨਹੀਂ ਹੈ, ਮੈਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਬਹੁਤ ਬਹੁਤ ਧੰਨਵਾਦ ਕਲੇਰ ਸਾਹਿਬ, ਵੈਦ ਸਾਹਿਬ, ਰੋੜੀ ਸਾਹਿਬ ਤੇ ਸਰੀਨ ਸਾਹਿਬ। ਪਰ ਸਵਾਲ ਵੱਡੇ ਨੇ ਕਿ ਰਾਸ਼ਨ ਕਾਰਡ ਸਮਾਰਟ ਹੋ ਗਿਆ ਹੈ, ਲੋਕ ਕਹਿ ਰਹੇ ਨੇ ਸਾਨੂੰ ਸਮਾਰਟ ਕਰ ਦਿਓ, ਰਾਸ਼ਨ ਕਾਰਡ ਦੀ ਲੋੜ ਨਹੀਂ ਹੈ, ਔਰ ਜੇ ਸਾਨੂੰ ਨਹੀਂ ਕਰ ਸਕਦੇ ਤੇ ਸਿਸਟਮ ਨੂੰ ਕਰ ਦਿਓ, ਸਿਸਟਮ ਹੋਏਗਾ ਅਸੀਂ ਆਪੇ ਹੋ ਜਾਾਂਗੇ। ਇਜਾਜ਼ਤ ਦਿਓ, ਧੰਨਵਾਦ, ਸਤਿ ਸ਼੍ਰੀ ਅਕਾਲ।